कि मेरे देश के किरती लोगों की खतरा गवांढी देशों तो, मेरे देश के किरती लोगों की खतरा गवांढी देशों तो, जे खतरा किरत दिजाया नूं बस खद्दरधारी भेसां तो, बस खद्दरधारी भेसां तो। आम तौर पर सानूं गीत सुनाए जांदे ने कि उच्चियां इमारतां दे सुपने ना देख जदों आउंदा है भुचाल उदों गिर जांदे। भला की किसी काम करने वाले बंदे नूं किरती बंदे नूं चंगे घर दे सुपने नहीं लेने चाहिए। ਅਸੀਂ ਕਹਿੰਦੇ ਹੁੰਦੇ ਭਲੇ ਲੋਕੋ ਜਦੋਂ ਭੁਚਾਲ ਆਏਗਾ, ਜਦੋਂ ਤੁਹਾਡੀਆਂ ਡਿੱਗੀਆਂ ਉਦੋਂ ਸਾਡੀਆਂ ਡਿੱਗ ਪੈਣੀਆਂ, ਸਾਨੂੰ ਸੁਪਨੇ ਤਾਂ ਲੈਣ ਦੇ। ਨਾਸਤਿਕ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਨਾਸਤਿਕ ਹੁੰਦੇ ਨੇ ਜਿਹੜੇ ਅੰਦਰੋਂ ਭਰੇ ਹੋਏ ਹੁੰਦੇ ਨੇ ਸਮਝ ਦੇ ਨਾਲ, ਗਿਆਨ ਦੇ ਨਾਲ। ਇੱਕ ਨਾਸਤਿਕ ਉਹ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਹੁੰ ਲੱਗੇ ਰੱਬ ਦੀ ਮੈਂ ਨਾਸਤਿਕ ਹਾਂ। ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ, ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ ਤੇ ਪੱਗੋ ਪੱਗੀ ਉਹ ਪੱਗੋ ਪੱਗੀ ਉਹ ਪੱਗੋ ਪੱਗੀ ਹੋ ਗਏ ਖਾਲਸੇ, ਪੱਗੋ ਪੱਗੀ ਹੋ ਗਏ ਖਾਲਸੇ, ਉਹ ਪੱਗੋ ਪੱਗੀ ਹੋ ਗਏ ਖਾਲਸੇ। ਸੱਤ ਪੰਜਵੀਂ ਪਾਸ ਨਾ ਹੋਈ, ਸੱਤ ਪੰਜਵੀਂ ਪਾਸ ਨਾ ਹੋਈ। ਉਹ ਵਿਦਿਆ ਉਹ ਵਿਦਿਆ ਉਹ ਵਿਦਿਆ ਵਿਭਾਗ ਮੰਤਰੀ, ਉਹ ਵਿਦਿਆ ਵਿਭਾਗ ਮੰਤਰੀ, ਉਹ ਵਿਦਿਆ ਵਿਭਾਗ ਮੰਤਰੀ, ਉਹ ਵਿਦਿਆ ਵਿਭਾਗ ਮੰਤਰੀ ਹੋ। ਬੈਂਕਾਂ ਦੀਆਂ ਕਾਲੀਆਂ ਕਾਪੀਆਂ ਤੇ ਪੁੱਤ ਦਾ ਚਿੱਟੇ ਨਾਲ ਭਰਿਆ ਮੂੰਹ, ਹੁਣ ਸੌਣ ਨਹੀਂ ਦਿੰਦਾ ਬਾਪੂ ਨੂੰ, ਹੁਣ ਸੌਣ ਨਹੀਂ ਦਿੰਦਾ ਬਾਪੂ ਨੂੰ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਵਿਰਾਸਤ ਟੀਵੀ ਤੇ ਮੈਂ ਜਸਵਿੰਦਰ ਯਾਦ। ਪ੍ਰੋਗਰਾਮ ਇੱਕ ਮੁਲਾਕਾਤ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰਦੇ ਹਾਂ ਤੇ ਫਿਰ ਅਕਸਰ ਦੀ ਤਰ੍ਹਾਂ ਤੁਹਾਨੂੰ ਅਸੀਂ ਕਿਸੇ ਵਿਸ਼ੇਸ਼ ਸ਼ਖਸੀਅਤ ਦੇ ਸਨਮੁਖ ਕਰਦੇ ਹੁੰਦੇ ਹਾਂ। ਅੱਜ ਤਾਕਤਾਂ ਨੂੰ ਵੰਗਾਰਨ ਵਾਲੇ, ਖੱਬੇ ਪੱਖੀ ਸੋਚ ਦੇ ਮਾਲਕ, ਉਹ ਗਾਇਕੀ ਨੂੰ ਛੂਹਿਆ ਜਿਹ ਤੋਂ ਲੋਕ ਕੋਹਾਂ ਦੀ ਦੂਰੀ ਬਣਾ ਕੇ ਚੱਲਦੇ ਨੇ, ਜਾਂ ਕਹਿ ਲਈਏ ਕਿ ਉਹ ਚਾਹੁੰਦੇ ਨੇ ਕਿ ਇੱਦਾਂ ਦੀ ਗਾਇਕੀ ਕੀਤੀ ਜਾਵੇ ਜਿਹਦੇ ਨਾਲ ਸੱਭਿਆਚਾਰ ਸ਼ਬਦ ਵਰਤ ਕੇ ਪੈਸਾ ਕਮਾ ਲਿਆ ਜਾਵੇ। ਅਸਲ ਵਿੱਚ ਸੱਭਿਆਚਾਰ ਦੇ ਅਰਥਾਂ ਨੂੰ ਜਾਣਨ ਵਾਲੇ, ਲੋਕ ਮਸਲਿਆਂ ਨੂੰ ਆਪਣੀ ਗਾਇਕੀ ਦੇ ਵਿੱਚ ਪੇਸ਼ ਕਰਨ ਵਾਲੇ, ਸਮੇਂ ਦੀ ਨਬਜ਼ ਨੂੰ ਟੋਣ ਵਾਲੇ ਤੇ ਉਸ ਨੂੰ ਗੀਤਾਂ, ਟੱਪਿਆਂ, ਬੋਲੀਆਂ ਵਿੱਚ ਪਰੋਣ ਵਾਲੇ ਸਾਡੇ ਨਾਲ ਪਹੁੰਚੇ ਨੇ ਸਰਦਾਰ ਜਗਸੀਰ ਜੀਦਾ ਜੀ। ਜੀਦਾ ਸਾਹਿਬ ਜਿਨ੍ਹਾਂ ਦਾ ਵੱਡਾ ਨਾਮ ਹੈ ਤੇ ਉਹਨਾਂ ਦੀ ਗਾਇਕੀ ਸਤਿਕਾਰੀ ਗਈ ਹੈ, ਸੁਣੀ ਗਈ ਹੈ ਤੇ ਉਹਨਾਂ ਨੇ ਆਪਣੀ ਗਾਇਕੀ ਵਿੱਚ ਨਾ ਬਾਬੇ ਛੱਡੇ ਨੇ, ਨਾ ਲੀਡਰਾਂ ਨੂੰ ਫੁੱਲ ਤੋਲੇ ਨੇ। ਕਹਿਣ ਦਾ ਭਾਵ ਕਿ ਸਮਾਜ ਪੱਖੀ ਹਰ ਤਾਕਤ, ਸਮਾਜ ਦਾ ਵਿਰੋਧ ਕਰਨ ਵਾਲੀ ਹਰ ਤਾਕਤ ਉਸ ਨੂੰ ਵੰਗਾਰਿਆ ਹੈ। ਆਓ ਸਭ ਤੋਂ ਪਹਿਲਾਂ ਅਸੀਂ ਉਹਨਾਂ ਦੀ ਸਮੁੱਚੀ ਟੀਮ ਦਾ ਸਵਾਗਤ ਕਰਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਵਾਲਾਂ ਦਾ ਸਿਲਸਿਲਾ ਸ਼ੁਰੂ ਕਰਨ ਤੋਂ ਪਹਿਲਾਂ ਕੋਈ ਵੀ ਸਵਾਲ ਮੈਂ ਰਸਮੀ ਨਹੀਂ ਕਰੂੰਗਾ। ਜੀਦਾ ਸਾਹਿਬ ਦੇ ਉੱਤੇ ਛੱਡ ਦਿੰਦੇ ਆ ਅੱਜ ਦੇ ਦਿਨ ਦੀ ਸ਼ੁਰੂਆਤ ਨੂੰ, ਕਿਸ ਨਾਲ ਜੋੜ ਕੇ ਚੱਲਦੇ ਨੇ ਤੇ ਕਿੱਥੋਂ ਕਰੀਏ ਜੀ ਪ੍ਰੋਗਰਾਮ ਦੀ ਸ਼ੁਰੂਆਤ। ਸਭ ਤੋਂ ਪਹਿਲਾਂ ਅਸੀਂ ਤੁਹਾਡੇ ਵਿਰਾਸਤ ਅਦਾਰੇ ਦਾ ਤੇ ਸਮੁੱਚੀ ਟੀਮ ਦਾ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਆਪਣੇ ਸਟੂਡੀਓ ਦੇ ਵਿੱਚ ਬੁਲਾ ਕੇ ਸਾਡੇ ਵਲਵਲੇ, ਸਾਡੇ ਜਜ਼ਬਾਤ, ਸਾਡੀਆਂ ਬੋਲੀਆਂ, ਸਾਡੇ ਗੀਤ ਪੰਜਾਬ ਦੀ ਨਹੀਂ ਦੁਨੀਆ ਪੱਧਰ 'ਤੇ ਤੁਹਾਡੇ ਇਸ ਵਿਰਾਸਤ ਚੈਨਲ ਨੂੰ ਦੇਖਣ ਵਾਲੇ ਸਮੂਹ ਸਰੋਤਿਆਂ ਨੂੰ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਉਹਨਾਂ ਦਾ ਤੇ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਨੂੰ ਇੱਥੇ ਬੁਲਾ ਕੇ ਸਾਨੂੰ ਲੋਕਾਂ ਦੇ ਰੂਬਰੂ ਕੀਤਾ ਹੈ। ਤੇ ਅਸੀਂ ਪੇਸ਼ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਸਾਡੀ ਇਸ ਅੱਜ ਦੇ ਸਮਾਗਮ ਦਾ ਪਹਿਲਾ ਗੀਤ ਦੇ ਬੋਲ ਨੇ 23 ਮਾਰਚ 1931 ਨੂੰ ਸਾਡੇ ਮਹਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ, ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਚੋਰੀ ਫਾਂਸੀ ਦਿੱਤਾ ਸੀ, ਉਹਨਾਂ ਨੂੰ ਸਮਰਪਿਤ ਗੀਤ ਪੇਸ਼ ਕਰਨ ਲੱਗੇ ਹਾਂ। ਕਿਹਾ ਜਾਂਦਾ ਕਿ 23 ਮਾਰਚ 1931 ਨੂੰ ਜਦੋਂ ਅੰਗਰੇਜ਼ਾਂ ਨੇ ਸਾਡੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦਿੱਤਾ, ਪਹਿਲਾਂ ਇਹ ਫਾਂਸੀ ਦੀ ਸਜ਼ਾ ਕਿਹਾ ਜਾਂਦਾ ਕਿ 24 ਮਾਰਚ ਨੂੰ ਤੈਅ ਹੋਈ ਸੀ ਜੀ। ਤਾਂ ਸਾਡੇ ਦੇਸ਼ ਦੇ ਇੱਕ ਨੇਤਾ ਨੇ ਅੰਗਰੇਜ਼ਾਂ ਨੂੰ ਚਿੱਠੀ ਲਿਖੀ ਕਿ ਜੇਕਰ ਤੁਸੀਂ ਇਹਨਾਂ ਨੌਜਵਾਨਾਂ ਨੂੰ ਫਾਂਸੀ ਦੇਣਾ ਹੈ ਤਾਂ 24 ਮਾਰਚ ਤੋਂ ਪਹਿਲਾਂ ਦੇ ਦਿਓ, ਕਿਉਂਕਿ 24 ਮਾਰਚ ਨੂੰ ਸਾਡੀ ਪਾਰਟੀ ਦੀ ਕਾਇਮ ਮੀਟਿੰਗ ਹੋ ਰਹੀ ਹੈ। ਉਸ ਮੀਟਿੰਗ ਦੇ ਵਿੱਚ ਸਾਨੂੰ ਇਹਨਾਂ ਨੌਜਵਾਨਾਂ ਦੇ ਹੱਕ ਦੇ ਵਿੱਚ ਮਤਾ ਪਾਉਣਾ ਪੈ ਸਕਦਾ ਜੀ। ਅੰਗਰੇਜ਼ਾਂ ਨੇ ਉਸ ਨੇਤਾ ਦੀ ਚਿੱਠੀ 'ਤੇ ਅਮਲ ਕਰਦਿਆਂ 23 ਮਾਰਚ ਦੀ ਬਜਾਏ ਇੱਕ ਦਿਨ ਪਹਿਲਾਂ 24 ਮਾਰਚ ਦੀ ਬਜਾਏ ਇੱਕ ਦਿਨ ਪਹਿਲਾਂ ਸਵੇਰ ਦੀ ਬਜਾਏ ਸ਼ਾਮ ਨੂੰ ਰਾਤ ਦੇ ਘੁੱਪ ਹਨੇਰੇ ਦੇ ਵਿੱਚ ਤਿੰਨਾਂ ਨੌਜਵਾਨਾਂ ਨੂੰ ਫਾਂਸੀ ਦੇ ਦਿੱਤਾ ਗਿਆ। ਤੇ ਜਦੋਂ ਲੋਕਾਂ ਨੂੰ ਪਤਾ ਲੱਗਾ, ਲੋਕਾਂ ਨੇ ਸੈਂਟਰਲ ਲਾਹੌਰ ਜੇਲ੍ਹ ਨੂੰ ਘੇਰਾ ਪਾ ਲਿਆ ਜੀ। ਅੰਗਰੇਜ਼ਾਂ ਨੇ ਜੇਲ੍ਹ ਦੀ ਪਿਛਲੀ ਕੰਧ ਭੰਨ ਕੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਤਲੁਜ ਦੇ ਕੰਢੇ 'ਤੇ ਲਿਜਾ ਕੇ, ਜਿੱਥੇ ਅੱਜ ਕੱਲ੍ਹ ਹਸੈਣੀ ਵਾਲਾ
ਤੇ ਪਰਲੇ ਪਾਸੇ ਗੰਡਾ ਸਿੰਘ ਵਾਲਾ ਦਾ ਬੋਰਡ ਲੱਗਿਆ ਹੋਇਆ ਹੈ। ਉੱਥੇ ਲਿਜਾ ਕੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਸਤਲੁਜ ਦੇ ਕੰਢੇ ਤੇ ਲਿਜਾ ਕੇ ਮਿੱਟੀ ਦਾ ਤੇਲ ਪਾ ਕੇ ਸਾੜਤਾ ਗਿਆ ਤੇ ਅੱਧ ਜਲੀਆਂ ਲਾਸ਼ਾਂ ਨੂੰ ਟੋਟੇ ਟੋਟੇ ਕਰਕੇ ਸਤਲੁਜ ਦਰਿਆ ਦੇ ਵਿੱਚ ਰੋੜ ਦਿੱਤੇ ਗਏ। ਤੇ ਸਾਡੀਆਂ ਸਰਕਾਰਾਂ ਨੇ ਉਸ ਨੇਤਾ ਦੀ ਫੋਟੋ ਆਪਣੇ ਨੋਟਾਂ ਉੱਤੇ ਛਾਪੀ ਹੋਈ। ਤੇ ਲੋ ਪੇਸ਼ ਕਰ ਲਗੇ ਗੀਤ ਸਾਡੇ ਉਹਨਾਂ ਮਹਾਨ ਨਾਇਕਾਂ ਨੂੰ, ਸਾਡੇ ਸ਼ਹੀਦਾਂ ਨੂੰ ਸਮਰਪਿਤ ਗੀਤ। ਅੱਧ ਜਲੀਆਂ ਸ਼ਹੀਦਾਂ ਦੀਆਂ ਲਾਸ਼ਾਂ ਤੇ ਸਤਲੁਜ ਵਿੱਚ ਰੁੜ ਗਏ ਸਾਡੇ ਉਹਨਾਂ ਕੌਮੀ ਪ੍ਰਵਾਨਿਆਂ ਨੂੰ ਸਲਾਮ ਕਰਦੇ ਹਾਂ। ਅਸੀਂ ਆਪਣੇ ਗੀਤ ਰਾਹੀਂ ਸ਼ਰਧਾਂਜਲੀ ਭੇਟ ਕਰਦੇ ਹਾਂ। ਜੀ ਜ਼ਰੂਰ। ਮਾਰਚ 1931 ਸ਼ਾਮ ਨੂੰ ਕਾਨੂੰਨ ਦੀ ਕਿਤਾਬ ਪਾੜ ਗਏ। 23 ਮਾਰਚ 1931 ਸ਼ਾਮ ਨੂੰ ਕਾਨੂੰਨ ਦੀ ਕਿਤਾਬ ਪਾੜ ਗਏ। ਰਾਜਗੁਰੂ ਸਿੱਖ ਦੇ ਭਗਤ ਸਿੰਘ ਨੂੰ ਚੋਰੀ ਚੋਰੀ ਫਾਂਸੀ ਚਾੜ ਗਏ। ਰਾਜਗੁਰੂ ਸਿੱਖ ਦੇ ਭਗਤ ਸਿੰਘ ਨੂੰ ਚੋਰੀ ਚੋਰੀ ਫਾਂਸੀ ਚਾੜ ਗਏ। ਠਾਠਾ ਮਾਰਦਾ ਇਕੱਠ ਜੇਲ੍ਹ ਮੂਹਰੇ, ਠਾਠਾ ਮਾਰਦਾ ਇਕੱਠ ਜੇਲ੍ਹ ਮੂਹਰੇ, ਪਿੱਛੋਂ ਦੀ ਗੋਰੇ ਕੰਧ ਤੋੜ ਗਏ। ਅੱਧ ਜਲੀਆਂ ਸ਼ਹੀਦਾਂ ਦੀਆਂ ਲਾਸ਼ਾਂ ਉਹ ਸਤਲੁਜ ਵਿੱਚ ਰੋੜ ਗਏ। ਜਿਨ੍ਹਾਂ ਸੀਨਿਆਂ 'ਚ ਸੁਪਨੇ ਆਜ਼ਾਦੀ ਦੇ ਜੰਜੀਰਾਂ ਵਿੱਚ ਗਏ ਜਕੜੇ। ਜਿਨ੍ਹਾਂ ਸੀਨਿਆਂ 'ਚ ਸੁਪਨੇ ਆਜ਼ਾਦੀ ਦੇ ਜੰਜੀਰਾਂ ਵਿੱਚ ਗਏ ਜਕੜੇ। ਜਿਨ੍ਹਾਂ ਸੋਚ ਤੇ ਖਿਆਲਾਂ ਵਿੱਚ ਬਿਜਲੀ ਉਹ ਪਿੰਜਰਿਆਂ 'ਚ ਗਏ ਪਕੜੇ। ਜਿਨ੍ਹਾਂ ਸੋਚ ਤੇ ਖਿਆਲਾਂ ਵਿੱਚ ਬਿਜਲੀ ਉਹ ਪਿੰਜਰਿਆਂ 'ਚ ਗਏ ਪਕੜੇ। ਜਿਹੜੇ ਵਿਆਹੁਣ ਤੂੰ ਰਹੀ ਰੀ ਆਜ਼ਾਦੀ ਨੂੰ, ਜਿਹੜੇ ਵਿਆਹੁਣ ਤੂੰ ਰਹੀ ਰੀ ਆਜ਼ਾਦੀ ਨੂੰ ਵੇ ਹੋਣਾ ਕੁਰਬਾਨ ਲੋੜ ਗਏ। ਅੱਧ ਜਲੀਆਂ ਸ਼ਹੀਦਾਂ ਦੀਆਂ ਲਾਸ਼ਾਂ ਉਹ ਸਤਲੁਜ ਵਿੱਚ ਰੋੜ ਗਏ। ਅੱਧ ਜਲੀਆਂ ਸ਼ਹੀਦਾਂ ਦੀਆਂ ਲਾਸ਼ਾਂ ਉਹ ਸਤਲੁਜ ਵਿੱਚ ਰੋੜ ਗਏ। ਜਿਨ੍ਹਾਂ ਵੀਰਾਂ ਦੀ ਸੀ ਭੈਣਾਂ ਗਾਉਣੀ ਘੋੜੀ ਉਹ ਫਾਂਸੀ ਵਾਲਾ ਰੱਸਾ ਚੁੰਮ ਗਏ। ਜਿਨ੍ਹਾਂ ਵੀਰਾਂ ਦੀ ਸੀ ਭੈਣਾਂ ਗਾਉਣੀ ਘੋੜੀ ਉਹ ਫਾਂਸੀ ਵਾਲਾ ਰੱਸਾ ਚੁੰਮ ਗਏ। ਬੰਬ ਸੁੱਟਿਆ ਅਸੈਂਬਲੀ ਦੇ ਹਾਲ 'ਚ ਓਏ ਗੋਰਿਆਂ ਦੇ ਹੋਸ਼ ਗੁੰਮ ਗਏ। ਬੰਬ ਸੁੱਟਿਆ ਅਸੈਂਬਲੀ ਦੇ ਹਾਲ 'ਚ ਓਏ ਗੋਰਿਆਂ ਦੇ ਹੋਸ਼ ਗੁੰਮ ਗਏ। ਅੰਨੀ ਬੋਲੀ ਸਰਕਾਰ ਸੁੱਤੇ ਹਾਕਮ, ਅੰਨੀ ਬੋਲੀ ਸਰਕਾਰ ਸੁੱਤੇ ਹਾਕਮ ਵੇ ਠਿਕਰਾ ਸਿਰਾਂ 'ਚ ਫੋੜ ਗਏ। ਅੱਧ ਜਲੀਆਂ ਸ਼ਹੀਦਾਂ ਦੀਆਂ ਲਾਸ਼ਾਂ ਉਹ ਸਤਲੁਜ ਵਿੱਚ ਰੋੜ ਗਏ। ਅੱਧ ਜਲੀਆਂ ਸ਼ਹੀਦਾਂ ਦੀਆਂ ਲਾਸ਼ਾਂ ਉਹ ਸਤਲੁਜ ਵਿੱਚ ਰੋੜ ਗਏ। ਅੱਜ ਸੁਪਨੇ ਅਧੂਰੇ ਪਏ ਸ਼ਹੀਦਾਂ ਦੇ ਇਨਕਲਾਬੀ ਬੋਲ ਗੂੰਜਦੇ। ਅੱਜ ਸੁਪਨੇ ਅਧੂਰੇ ਪਏ ਸ਼ਹੀਦਾਂ ਦੇ ਇਨਕਲਾਬੀ ਬੋਲ ਗੂੰਜਦੇ। ਨਿੱਘ ਮੰਨਣਾ ਕਿ ਕੌਮ ਨੇ ਆਜ਼ਾਦੀ ਦਾ ਵੇ ਖੰਭ ਪੁੱਟੇ ਪਏ ਗੂੰਜਦੇ। ਨਿੱਘ ਮੰਨਣਾ ਕਿ ਕੌਮ ਨੇ ਆਜ਼ਾਦੀ ਦਾ ਵੇ ਖੰਭ ਪੁੱਟੇ ਪਏ ਗੂੰਜਦੇ। ਜਾਗੋ ਜਾਗੋ ਜੋਗ ਸੁੱਤਿਆਂ ਨੂੰ ਬੀਤੇ, ਜਾਗੋ ਜਾਗੋ ਜੋਗ ਸੁੱਤਿਆਂ ਨੂੰ ਬੀਤੇ ਵੇ ਹੋਣਾ ਕੁਰਬਾਨ ਲੋੜ ਗਏ। ਅੱਧ ਜਲੀਆਂ ਸ਼ਹੀਦਾਂ ਦੀਆਂ ਲਾਸ਼ਾਂ ਉਹ ਸਤਲੁਜ ਵਿੱਚ ਰੋੜ ਗਏ। ਅੱਧ ਜਲੀਆਂ ਸ਼ਹੀਦਾਂ ਦੀਆਂ ਲਾਸ਼ਾਂ ਉਹ ਸਤਲੁਜ ਵਿੱਚ ਰੋੜ ਗਏ। ਇੱਦਾਂ ਦਾ ਗਾਉਣ ਵਾਸਤੇ ਪੜ੍ਹਨਾ ਪੈਂਦਾ ਹੈ। ਤੇ ਮੈਂ ਜਾਣਦਾ ਕਿ ਤੁਹਾਡੇ ਪਿੰਡ ਦੇ ਵਿੱਚ 1978 ਦੇ ਵਿੱਚ ਲਾਇਬ੍ਰੇਰੀ ਬਣ ਗਈ ਸੀ। ਪੰਜਾਬ ਦੇ ਬਹੁਤੇ ਪਿੰਡ ਇੱਦਾਂ ਦੇ ਹੋਣਗੇ ਜਿਹਦੇ ਵਿੱਚ ਉਸ ਵਕਤ ਸਕੂਲ ਵੀ ਮਸਾਂ ਬਣਿਆ ਹੋਊਗਾ ਜਾਂ ਬਣਿਆ ਨਹੀਂ ਹੋਣਾ। ਪੜ੍ਹਨ ਦੇ ਲਈ ਵਕਤ ਕਿੱਥੋਂ ਕੱਢ ਲੈਂਦੇ ਹੋ ਤੇ ਨਾਲ ਦੀ ਨਾਲ ਪੇਸ਼ਕਾਰੀ ਵੀ ਬੜੀ ਖੂਬਸੂਰਤ ਕਰਦੇ ਹੋ ਤੇ
ਪੇਸ਼ੇ ਬਾਰੇ ਵੀ ਦੱਸਦੇ ਜਾਓ। ਅਸਲ ਦੇ ਵਿੱਚ ਮੇਰਾ ਜਿਹੜਾ ਪਿੰਡ ਆ ਜਿਹਦੀ ਬਾਰੇ ਤੁਸੀਂ ਗੱਲ ਕੀਤੀ ਹੈ, ਪਿੰਡ ਜੀਦਾ, ਜ਼ਿਲ੍ਹਾ ਬਠਿੰਡਾ ਹੈ। ਤਾਂ ਮੈਂ ਉਸ ਮਿੱਟੀ ਦੇ ਵਿੱਚੋਂ ਮਤਲਬ ਪੈਦਾ ਹੋਇਆ, ਜਿੱਥੇ ਦੇ ਜਿਹੜੇ ਲੋਕ ਆ ਆਮ ਤੌਰ 'ਤੇ ਜਿਹੜੇ ਖੱਬੇ ਪੱਖੀ ਲਹਿਰਾਂ ਨੇ, ਇਨਕਲਾਬੀ ਲਹਿਰਾਂ ਨੇ, ਉਹਨਾਂ ਦੇ ਉਹ ਮਦਈ ਰਹੇ ਨੇ ਜਾਂ ਉਹਨਾਂ ਦਾ ਪ੍ਰਭਾਵ ਕਬੂਲਦੇ ਰਹੇ ਨੇ। ਉਹ ਸਾਡੀ ਵਿਰਾਸਤ ਹੈ ਜੀ। ਸੋ ਇਸ ਕਰਕੇ ਜਿੱਥੋਂ ਤੱਕ ਮਨੁੱਖ ਦੇ ਜਿਉਂਦੇ ਹੋਣ ਦੀ ਗੱਲ ਕਰਦੇ, ਜਦੋਂ ਆਪਾਂ ਗੱਲ ਕਰਦੇ ਹਾਂ, ਸਾਡੇ ਜਿਉਂਦੇ ਹੋਣ ਦਾ ਸਬੂਤ ਤਾਂ ਹੈ ਵੀ ਜੇਕਰ ਅਸੀਂ ਕਿਸੇ ਨੇ ਲਿਖਿਆ ਹੈ, ਅਸੀਂ ਰੋਟੀ ਇਸ ਲਈ ਖਾਂਦੇ ਹਾਂ ਕਿ ਜਿਉਂਦੇ ਰਹਿ ਸਕੀਏ, ਅਸੀਂ ਰੋਟੀ ਇਸ ਲਈ ਖਾਂਦੇ ਹਾਂ ਕਿ ਜਿਉਂਦੇ ਰਹਿ ਸਕੀਏ, ਪਰ ਜਿਉਂਦੇ ਇਸ ਲਈ ਨਹੀਂ ਕਿ ਰੋਟੀਆਂ ਖਾਈ ਚਲੇ। ਕੀ ਬਾਤ ਹੈ। ਸੋ ਇਸ ਕਰਕੇ ਇਹ ਸਾਡਾ ਜਿਹੜਾ ਵਿਰਸਾ, ਸਾਡਾ ਇਤਿਹਾਸ ਹੈ, ਇਸ ਨੂੰ ਜਦੋਂ ਅਸੀਂ ਪੜ੍ਹਦੇ ਹਾਂ, ਸਾਡੀ ਜਿਹੜੀ ਨਵੀਂ ਚੇਤਨਾ, ਨਵੇਂ ਵਿਚਾਰ, ਨਵੀਂ ਜਿਹੜੀ ਸਾਡੀ ਮਾਨਸਿਕ ਖੁਰਾਕ ਹੈ, ਉਹਦਾ ਸਾਡਾ ਹਿੱਸਾ ਰਹੀ। ਜਿਹੜੀਆਂ ਪੁਸਤਕਾਂ, ਕਿਤਾਬਾਂ, ਜਿਹੜੀਆਂ ਲਾਇਬ੍ਰੇਰੀ ਦੀ ਗੱਲ ਕਰਦੇ ਹਾਂ, ਜਿਹਦੇ ਇੱਕ ਪੰਜਾਬ ਦਾ ਵੱਡਾ ਚਿੰਤਕ ਹੋਇਆ, ਉਸਨੇ ਕਿਹਾ ਕਿ ਜਿਹੜੇ ਘਰੇ ਕੋਈ ਕਿਤਾਬ ਨਾ ਹੋਵੇ, ਅਖਬਾਰ ਨਾ ਆਉਂਦਾ ਹੋਵੇ, ਉਸ ਘਰੋਂ ਮੇਰਾ ਪਾਣੀ ਪੀਣ ਨੂੰ ਜੀ ਨਹੀਂ ਕਰਦਾ। ਸੋ ਇਸ ਕਰਕੇ ਕਿਤਾਬਾਂ ਦੀ ਮਹੱਤਤਾ ਉਹੀ ਜਾਣਦੇ ਆ ਜਿਹੜੇ ਲੋਕ ਪੜ੍ਹਦੇ ਨੇ, ਜਿਹੜੇ ਸੁਣਦੇ ਨੇ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਗੱਲ ਕੀਤੀ ਹੈ ਕਿ ਉਹ ਜੇਲ੍ਹ ਦੇ ਵਿੱਚ ਵੀ ਜਿਹੜੀ ਜੇਲ੍ਹ ਡਾਇਰੀ ਹੈ ਉਹਨਾਂ ਦੀ, ਉਹਦੇ ਵਿੱਚੋਂ ਦਰਜ ਕੀਤਾ ਕਿ 350 ਕਿਤਾਬ ਉਹਨੇ ਜੇਲ੍ਹ ਦੇ ਦਰਮਿਆਨ, ਜੇਲ੍ਹ ਦੇ ਹੁੰਦਿਆਂ ਪੜ੍ਹੀ, ਅਤੇ ਨਾਲ ਉਹ ਵਰਕਾ ਮੋੜ ਕੇ ਗਿਆ ਸੀ ਕਿ ਮੇਰੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਉਹ ਇਹ ਵਰਕੇ ਨੂੰ ਅੱਗੇ ਪੜ੍ਹੂਗੀ। ਸੋ ਇਸ ਕਰਕੇ ਪੜ੍ਹਨਾ ਸਾਡੀ ਜਿਹੜੀ ਮਾਨਸਿਕ ਖੁਰਾਕ ਹੈ। ਤੁਸੀਂ ਗੱਲ ਕੀਤੀ ਲਾਇਬ੍ਰੇਰੀ ਦੀ, ਬਹੁਤ ਧੰਨਵਾਦ ਤੁਹਾਡਾ ਜੀ। ਬਿਲਕੁਲ ਜੀ, ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਦਿੱਤਾ ਹੈ ਕਿ ਪੜ੍ਹਨਾ ਬਹੁਤ ਜ਼ਰੂਰੀ ਹੈ। ਗੁਰਬਾਣੀ ਵੀ ਕਹਿੰਦੀ ਹੈ ਕਿ ਸੁਣਨਾ, ਪੜ੍ਹਨਾ ਤੇ ਬਾਅਦ ਵਿੱਚ ਗੱਲ ਬੋਲਣ ਦੀ ਆਉਂਦੀ ਹੈ। ਪਹਿਲਾਂ ਸੁਣਨਾ ਸਿੱਖੋ। ਸੁਣਨ ਤੋਂ ਭਾਵ ਇਹ ਨਹੀਂ ਕਿ ਕੋਈ ਬੋਲਦਾ ਤਾਂ ਹੀ ਸੁਣਨਾ ਹੈ, ਕਿਤਾਬਾਂ ਵੀ ਸੁਣਾਉਂਦੀਆਂ ਨਹੀਂ। ਸੁਣਨਾ ਸਿੱਖੋ। ਤਾਂ ਤੁਸੀਂ ਸੁਣਨਾ ਸਿੱਖ ਲਿਆ ਤਾਂ ਤੁਸੀਂ ਖੂਬਸੂਰਤ ਬੋਲਣਾ ਸਿੱਖ ਲਿਆ। ਹੁਣ ਜਦੋਂ ਖੂਬਸੂਰਤ ਬੋਲਦੇ ਹੋ, ਨਾਲ ਦੀ ਨਾਲ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਹੈ, ਚਾਹੇ ਕਾਂਗਰਸ ਹੈ, ਚਾਹੇ ਫੁੱਲ ਵਾਲੇ ਫਿਰਦੇ ਨੇ, ਚਾਹੇ ਹਾਥੀ ਵਾਲੇ ਫਿਰਦੇ ਨੇ, ਜਾਂ ਬਾਬੇ ਫਿਰਦੇ ਨੇ, ਸਭ ਨੂੰ ਖੰਡ ਪਾਉਣੇ ਆ। ਇੱਕ ਖੰਡ ਫਿਰ ਹੁਣ ਸ਼ੁਰੂ ਵਿੱਚ ਪਾ ਦਈਏ ਇਹਨਾਂ ਲੀਡਰਾਂ ਨੂੰ, ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਇਸ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਗੀਤ ਸੁਣਾਉਣ ਲੱਗਿਆ ਜੀ। ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦਾਂ ਤੇ, ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦਾਂ ਤੇ, ਮਰਦੇ ਲੋਕ ਵਿਚਾਰੇ ਨੇ ਢਿੱਡਾਂ ਦੇ ਮਾਰੇ। ਜਦੋਂ ਸਾਡੇ ਦੇਸ਼ ਦੇ ਵਿੱਚ ਵੋਟਾਂ ਪੈਣੀਆਂ ਹੋਣ ਜਾਂ ਕੋਈ ਕਿਸੇ ਮੁੱਦੇ ਨੂੰ ਰੋਲਣਾ ਹੋਵੇ, ਸਾਡੇ ਜਿਹੜੇ ਦੇਸ਼ ਦੇ ਹਾਕਮ ਹੈ ਸਰਹੱਦਾਂ ਤੇ ਫੌਜਾਂ ਤੈਨਾਤ ਕਰਤੀਆਂ। ਤੇ ਮੈਂ ਕਈ ਵਾਰੀ ਕਹਿਣਾ ਹੁੰਦਾ ਕਿ ਮੇਰੇ ਦੇਸ਼ ਦੇ ਕਿਰਤੀ ਲੋਕਾਂ ਨੂੰ ਕੀ ਖਤਰਾ ਗਵਾਂਢੀ ਦੇਸ਼ਾਂ ਤੋਂ, ਮੇਰੇ ਦੇਸ਼ ਦੇ ਕਿਰਤੀ ਲੋਕਾਂ ਨੂੰ ਕੀ ਖਤਰਾ ਗਵਾਂਢੀ ਦੇਸ਼ਾਂ ਤੋਂ, ਜੇ ਖਤਰਾ ਕਿਰਤ ਦਜਾਇਆ ਨੂੰ ਬਸ ਖੱਦਰਧਾਰੀ ਭੇਸਾਂ ਤੋਂ, ਬਸ ਖੱਦਰਧਾਰੀ ਭੇਸਾਂ ਤੋਂ। ਲੋ ਪੇਸ਼ ਕਰ ਲੱਗਿਆ ਗੀਤ ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦ। ਉਹ ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦਾਂ ਤੇ, ਉਹ ਕਿਸੇ ਲੀਡਰ ਦਾ ਪੁੱਤ ਮਰਿਆ ਨਹੀਂ ਸਰਹੱਦਾਂ ਤੇ, ਉਹ ਮਰਦੇ ਲੋਕ ਵਿਚਾਰੇ ਨੇ ਢਿੱਡਾਂ ਦੇ ਮਾਰੇ, ਉਹ ਮਰਦੇ ਲੋਕ ਵਿਚਾਰੇ ਨੇ ਢਿੱਡਾਂ ਦੇ ਮਾਰੇ। ਉਹ ਭੁੱਖ ਨੰਗ ਗਰੀਬੀ ਮਿਲੇ ਜਮਾਂਦਰੂ ਜੰਮਦਿਆਂ ਨੂੰ, ਜੰਮਦਿਆਂ ਨੂੰ, ਹਾਂ ਜੰਮਦਿਆਂ ਨੂੰ। ਭੁੱਖ ਨੰਗ ਗਰੀਬੀ ਮਿਲੇ ਜਮਾਂਦਰੂ ਜੰਮਦਿਆਂ ਨੂੰ। ਉਹ ਦੇਸ਼ੀ ਭਗਤੀ ਦੇ ਲਈ ਲੜਦੇ ਕੁੱਲੀਆਂ ਠਾਰੇ, ਉਹ ਦੇਸ਼ੀ ਭਗਤੀ ਦੇ ਲਈ ਲੜਦੇ ਕੁੱਲੀਆਂ ਠਾਰੇ। ਕੁੱਕੜਾਂ ਵਾਂਗ ਲੜਾਉਂਦੇ ਲੋਕਾਂ ਨੂੰ ਸਰਹੱਦਾਂ ਤੇ, ਉਹ ਕੁੱਕੜਾਂ ਵਾਂਗ ਲੜਾਉਂਦੇ ਲੋਕਾਂ ਨੂੰ ਸਰਹੱਦਾਂ ਤੇ। ਉਹ ਬਲੀ ਦੇ ਬੱਕਰੇ ਬਣਦੇ ਹਾਕਮਾਂ ਦੇ ਇਸ਼ਾਰੇ, ਉਹ ਬਲੀ ਦੇ ਬੱਕਰੇ ਬਣਦੇ ਹਾਕਮਾਂ ਦੇ ਇਸ਼ਾਰੇ।
ਉਹ ਘਰ ਦੀਆਂ ਤੰਗੀਆਂ ਤੇ ਮਜਬੂਰੀਆਂ ਤੋਰਨ ਪੁੱਤਰਾਂ ਨੂੰ ਆਏ ਪੁੱਤਰਾਂ ਨੂੰ। ਉਹ ਘਰ ਦੀਆਂ ਤੰਗੀਆਂ ਤੇ ਮਜਬੂਰੀਆਂ ਤੋਰਨ ਪੁੱਤਰਾਂ ਨੂੰ। ਓਏ ਇੱਧਰ ਉੱਧਰ ਦੋਹੀਂ ਪਾਸੀ ਲੋਕ ਵਿਚਾਰੇ। ਓਏ ਇੱਧਰ ਉੱਧਰ ਦੋਹੀਂ ਪਾਸੀ ਲੋਕ ਵਿਚਾਰੇ। ਉਹ ਲੀਡਰ ਖਾਨ ਦਲਾਲੀ ਪਣਡੁੱਬੀਆਂ ਤੇ ਤੋਪਾਂ ਚੋਂ। ਉਹ ਲੀਡਰ ਖਾਨ ਦਲਾਲੀ ਪਣਡੁੱਬੀਆਂ ਤੇ ਤੋਪਾਂ ਚੋਂ। ਉਹ ਕਫਨ ਕਟਾਲੇ ਚਰਚਾ ਚਲਦੀ ਪਾਸੇ ਚਾਰੇ। ਉਹ ਕਫਨ ਕਟਾਲੇ ਚਰਚਾ ਚਲਦੀ ਪਾਸੇ ਚਾਰੇ। ਉਹ ਸਿਵਿਆਂ ਦੀ ਅਗ ਸੀਨੇ ਲਾਟਾਂ ਚੁੱਲ੍ਹੇ ਠਰੇ ਹੋਏ ਹਾਂ ਠਰੇ ਹੋਏ। ਉਹ ਸਿਵਿਆਂ ਦੀ ਅਗ ਸੀਨੇ ਲਾਟਾਂ ਚੁੱਲ੍ਹੇ ਠਰੇ ਹੋਏ। ਉਹ ਨੋਹਾਂ ਧੀਆਂ ਦੱਸੋ ਜਾਮਣ ਕਿਹੜੇ ਸਹਾਰੇ। ਉਹ ਦਿੱਲੀ ਕਿਲੇ ਤੇ ਚੜ ਕੇ ਉੱਚਾ ਕਰਨ ਤਿਰੰਗੇ ਨੂੰ। ਉਹ ਦਿੱਲੀ ਕਿਲੇ ਤੇ ਚੜ ਕੇ ਉੱਚਾ ਕਰਨ ਤਿਰੰਗੇ ਨੂੰ। ਉਹ ਮੁੱਲ ਸ਼ਹੀਦੀਆਂ ਦਾ ਵੱਟ ਲਾਉਂਦੇ ਉੱਚੀ ਨਾਰੇ। ਉਹ ਮੁੱਲ ਸ਼ਹੀਦੀਆਂ ਦਾ ਵੱਟ ਲਾਉਂਦੇ ਉੱਚੀ ਨਾਰੇ। ਉਹ ਸਿਵਿਆਂ ਦੀ ਅਗ ਸੀਨੇ ਲਾਟਾਂ ਚੁੱਲ੍ਹੇ ਠਰੇ ਹੋਏ ਹਾਂ ਠਰੇ ਹੋਏ। ਉਹ ਸਿਵਿਆਂ ਦੀ ਅਗ ਸੀਨੇ ਲਾਟਾਂ ਚੁੱਲ੍ਹੇ ਠਰੇ ਹੋਏ। ਉਹ ਵਿਧਵਾ ਨੋਹਾਂ ਧੀਆਂ ਜੀਵਨ ਕਿਸੇ ਸਹਾਰੇ। ਉਹ ਵਿਧਵਾ ਨੋਹਾਂ ਧੀਆਂ ਜੀਵਨ ਕਿਸੇ ਸਹਾਰੇ। ਓਏ ਅਸਲੀ ਦੁਸ਼ਮਣ ਜਦੋਂ ਪਛਾਣੇ ਮੇਰਿਆਂ ਲੋਕਾਂ ਨੇ। ਓਏ ਅਸਲੀ ਦੁਸ਼ਮਣ ਜਦੋਂ ਪਛਾਣੇ ਮੇਰਿਆਂ ਲੋਕਾਂ ਨੇ। ਉਹ ਹੱਦਾਂ ਤੋੜ ਦੇਣਗੇ ਦਿਨੇ ਦਿਖਾਉਂਦੇ ਤਾਰੇ। ਉਹ ਹੱਦਾਂ ਤੋੜ ਦੇਣਗੇ ਦਿਨੇ ਦਿਖਾਉਣੇ ਤਾਰੇ। ਉਹ ਲੋਕ ਮੁਕਤੀ ਦੀ ਜੰਗ ਜਦੋਂ ਜੀਤਿਆ ਛਿੜਦੀ ਐ ਹਾਂ ਛਿੜਦੀ ਐ। ਉਹ ਲੋਕ ਮੁਕਤੀ ਦੀ ਜੰਗ ਜਦੋਂ ਜੀਤਿਆ ਛਿੜਦੀ ਐ। ਉਹ ਹੱਦਾਂ ਤੋੜ ਦੇਣਗੇ ਦਿਨੇ ਦਿਖਾਉਣੇ ਤਾਰੇ। ਉਹ ਹੱਦਾਂ ਤੋੜ ਦੇਣਗੇ ਦਿਨੇ ਦਿਖਾਉਣੇ ਤਾਰੇ। ਵਾਹ, ਬਹੁਤ ਖੂਬਸੂਰਤ ਜੀ। ਜ਼ਮੀਨ ਨਾਲ ਜੁੜੀ ਹੋਈ ਗੱਲਬਾਤ, ਯਥਾਰਥ ਦੇ ਬਿਲਕੁਲ ਨੇੜ ਖਹਿ ਕੇ ਲੰਘਦੇ ਹੋਏ ਤੁਹਾਡੇ ਬੋਲ ਜਦੋਂ ਸਟੇਜ ਤੋਂ ਆਏ ਲੰਘਦੇ ਨੇ ਤਾਂ ਲੋਕ ਕਿਵੇਂ ਦੇਖਦੇ ਨੇ? ਲੋਕਾਂ ਨੂੰ ਕੀ ਲੱਗਦਾ ਹੈ? ਜੀਦਾ ਸਾਹਿਬ ਨੂੰ ਪਿਆਰ ਕਰਦੇ ਨੇ ਜਾਂ ਫਿਰ ਕਹਿ ਦਿੰਦੇ ਨੇ ਕਿ ਇਹ ਤਾਂ ਸਾਡੀਆਂ ਰੋਜ਼ਮਰਾ ਦੀਆਂ ਜ਼ਿੰਦਗੀ ਦੀਆਂ ਗੱਲਾਂ ਨੇ, ਇਹਨਾਂ ਨੂੰ ਵੀ ਗੀਤਾਂ ਵਿੱਚ ਸੁਣਦੇ ਰਹੀਏ? ਕੀ ਹੁੰਦਾ ਹੈ ਅਸਲ ਵਿੱਚ ਅੱਗੋਂ ਅਹਿਸਾਸ? ਤੁਸੀਂ ਅੱਖਾਂ ਨਾਲ ਵੀ ਨੋਟ ਕਰਦੇ ਹੋਵੋਗੇ, ਲੋਕਾਂ ਦੇ ਬੋਲਾਂ ਨਾਲ ਵੀ ਨੋਟ ਕਰਦੇ ਹੋਵੋਗੇ। ਦਰਅਸਲ ਦੇ ਵਿੱਚ ਤੁਸੀਂ ਬਹੁਤ ਗੱਲ ਗੰਭੀਰ ਕੀਤੀ ਹੈ ਜੀ। ਸਾਡੇ ਗੀਤ ਅਸੀਂ ਕਹਿੰਦੇ ਹੁੰਦੇ ਹਾਂ ਕਿ ਸਾਡੇ ਗੀਤ ਲੋਕਾਂ ਨੂੰ ਨੱਚਣ ਤੇ ਝੂਮਣ ਲਾਉਣ ਵਾਲੇ ਗੀਤ ਨਹੀਂ ਜੀ। ਨੱਚਣ ਤੇ ਝੂਮਣ ਵਾਲੇ ਗੀਤ ਅਕਸਰ ਹੀ ਤੁਹਾਡੇ ਟੀਵੀ ਦੇ ਆਪਣੇ ਟੀਵੀਆਂ ਦੇ ਉੱਤੇ ਟੀਵੀ ਚੈਨਲਾਂ ਵਾਲਿਆਂ ਨੇ ਜਾਂ ਮੀਡੀਆ ਰਾਹੀਂ ਸਾਡੇ ਲੋਕਾਂ ਦੇ ਦਿਮਾਗਾਂ ਵਿੱਚ ਘੁਸੋੜੇ ਹੋਏ ਨੇ। ਸਾਡੇ ਗੀਤ ਨੱਚਣ ਤੇ ਝੂਮਣ ਨਹੀਂ ਲਾਉਂਦੇ, ਸਾਡੇ ਗੀਤ ਕੁਝ ਨਾ ਕੁਝ ਸੋਚ ਦੀ ਗੱਲ ਕਰਦੇ ਨੇ। ਨੱਚਣ ਤੇ ਝੂਮਣ ਵਾਲੇ ਜਿਹੜੇ ਗੀਤ ਆ ਅਕਸਰ ਹੀ ਲੋਕ ਸੁਣਦੇ ਰਹੇ ਨੇ, ਲੋਕ ਗਾਇਕੀ ਉਹਨਾਂ 'ਤੇ ਕੇਂਦਰਿਤ ਕੀਤੀ ਹੋਈ ਹੈ। ਪਰ ਸਾਡੇ ਗੀਤਾਂ ਦਾ ਇੱਕ ਮਕਸਦ ਹੈ ਕਿ ਅਸੀਂ ਲੋਕਾਂ ਨੂੰ ਚੇਤਨਾ ਵਾਲਾ ਜਿਹੜਾ ਪੱਖ ਹੈ ਉਹ ਸਮਾਜ ਦੇ ਵਿੱਚ ਕੀ ਵਾਪਰ ਰਿਹਾ ਅਤੇ ਕੀ ਵਾਪਰਨਾ ਚਾਹੀਦਾ ਹੈ, ਸਾਡੀ
ਇਸੇ ਕਰਕੇ ਸਾਡੀ ਜਿਹੜੀ ਵਿਚਾਰਧਾਰਾ ਹੈ, ਸਾਡੀ ਜਿਹੜੀ ਸੋਚ ਹੈ, ਉਹ ਆਮ ਗਾਇਕਾਂ ਨਾਲੋਂ ਵੱਖਰੀ ਹੈ ਕਿ ਅਸੀਂ ਆਪਣਾ ਫਰਜ਼ ਸਮਝਦੇ ਹਾਂ ਕਿ ਲੋਕਾਂ ਨੂੰ ਜਿਹੜਾ ਇਸ ਗਾਇਕੀ ਰਾਹੀਂ ਕਲਾ ਲਈ ਨਹੀਂ, ਕਲਾ ਸਮਾਜ ਦੇ ਲੋਕਾਂ ਵਾਸਤੇ ਹੈ, ਲੋਕਾਂ ਵਾਸਤੇ ਜੀ। ਇਸ ਕਰਕੇ ਉਸ ਮਿਸ਼ਨ ਨੂੰ ਲੈ ਕੇ ਅਸੀਂ ਤੁਰੇ ਹੋਏ ਹਾਂ ਅਤੇ ਲੋਕ ਜਿੰਨੇ ਕੁ ਆਪਣੇ ਹਿੱਸੇ ਦਾ ਸਾਡਾ ਜਿਹੜਾ ਯੋਗਦਾਨ ਹੈ ਅਸੀਂ ਉਹ ਪਾਉਣ ਵਾਸਤੇ ਯਤਨਸ਼ੀਲ ਹਾਂ। ਬਿਲਕੁਲ ਜੀ। ਜੇ ਅਸੀਂ ਇਤਿਹਾਸ 'ਚ ਨਿਗਾਹ ਮਾਰੀਏ, ਸੰਤ ਰਾਮਦਾਸੀ ਦੀ ਗੱਲ ਕਰੀਏ, ਲਾਲ ਸਿੰਘ ਦੀ ਗੱਲ ਕਰੀਏ, ਪਾਸ਼ ਦੀ ਖੁੱਲ੍ਹੀ ਕਵਿਤਾ ਦੀ ਗੱਲ ਕਰੀਏ, ਡਾਕਟਰ ਜਗਤਾਰ ਦੀ ਗਜ਼ਲ ਦੀ ਗੱਲ ਕਰੀਏ, ਤਾਂ ਪਤਾ ਲੱਗਦਾ ਹੈ ਕਿ ਗਾਇਕੀ ਗੰਭੀਰ ਵੀ ਹੋ ਸਕਦੀ ਹੈ, ਗਾਇਕੀ ਸੱਚ ਦੇ ਨੇੜੇ ਵੀ ਹੋ ਸਕਦੀ ਹੈ। ਸਿਰਫ ਦੁੰਬਾ ਕੁੱਟਣਾ, ਜਿਹਨੂੰ ਠੇਠ ਪੰਜਾਬੀ 'ਚ ਮਲਵਈ 'ਚ ਕਹਿੰਦੇ ਆ, ਉਹ ਗਾਇਕੀ ਨਹੀਂ ਹੁੰਦੀ। ਮੈਂ ਇਹ ਨਹੀਂ ਕਹਿੰਦਾ ਕਿ ਉਹ ਗਾਇਕੀ ਨਹੀਂ ਹੁੰਦੀ ਤਾਂ ਇਹ ਗਾਇਕੀ ਹੁੰਦੀ ਹੈ। ਮੈਂ ਕਹਿੰਦਾ ਕਿ ਗਾਇਕੀ ਦਾ ਇਹ ਵੀ ਪੱਖ ਹੁੰਦਾ ਤੇ ਉਹ ਵੀ ਪੱਖ ਹੁੰਦਾ ਹੈ, ਪਰ ਸਮਾਜ ਵਿੱਚ ਕਦੋਂ ਕਿਹੜਾ ਪੱਖ ਦੇਣਾ ਹੈ ਇਹ ਇੱਕ ਸਮਝਦਾਰ ਬੁੱਧੀ ਹੀ ਦੇ ਸਕਦੀ ਹੈ। ਤੇ ਜਿਹੜੀ ਬੁੱਧੀ ਤੇਜ਼ ਜ਼ਿਆਦਾ ਹੋ ਜਾਂਦੀ ਹੈ ਉਹ ਫਿਰ ਨੋਟ ਇਕੱਠੇ ਕਰਨ ਵਾਲੇ ਪਾਸੇ ਹੋ ਜਾਂਦੀ ਹੈ। ਤਾਂ ਜਦੋਂ ਅਸੀਂ ਇਹ ਸਾਰੀਆਂ ਗੱਲਾਂ ਕਰਦੇ ਹਾਂ ਤਾਂ ਜੀਦਾ ਸਾਹਿਬ ਜਦੋਂ ਸਟੇਜ ਦੇ ਉੱਤੇ ਗਾ ਰਹੇ ਹੁੰਦੇ ਨੇ, ਲੋਕਾਂ ਦੀ ਹੱਲਾਸ਼ੇਰੀ ਦੇਖ ਕੇ ਕਿਵੇਂ ਮਹਿਸੂਸ ਕੀਤਾ ਜਾਂਦਾ ਹੈ ਆਪਣੇ ਆਪ ਵਿੱਚ ਕਿ ਰਾਹ ਸਹੀ ਚੁਣਿਆ ਕਿ ਗਲਤ ਚੁਣਿਆ? ਜਦੋਂ ਤੱਕ ਰਾਹ ਦੀ ਗੱਲ ਕੀਤੀ ਹੈ, ਮੈਂ ਅੱਗੇ ਪਹਿਲੀ ਵੀ ਗੱਲ ਕਰ ਸਕਦਾ ਵੀ ਇਹ ਸਾਡਾ ਫਰਜ਼ ਹੈ। ਅਸੀਂ ਕੋਈ ਲੋਕਾਂ ਦੇ ਉੱਤੇ ਕੋਈ ਵੱਡਾ ਸ਼ਾਨ ਨਹੀਂ ਕਰ ਰਹੇ, ਵੱਡਾ ਕੰਮ ਨਹੀਂ ਕਰ ਰਹੇ। ਸਾਡੇ ਜਿਹੜੇ ਪੁਰਖੇ ਆ, ਸਾਡੇ ਜਿਹੜੇ ਵਿਰਾਸਤ ਹੈ, ਉਹ ਬਹੁਤ ਵੱਡੇ ਕੰਮ ਕਰ ਰਹੇ। ਅਸੀਂ ਆਪਣੇ ਨਮੂਨਾ ਜਾਂ ਇੱਕ ਫਰਜ਼ ਸਮਝਦੇ ਹਾਂ ਵੀ ਇਹ ਕਲਾ ਵਾਸਤੇ ਨਹੀਂ, ਕਲਾ ਸਮਾਜ ਦੇ ਲੋਕਾਂ ਵਾਸਤੇ ਹੈ ਅਤੇ ਇਹ ਲੋਕਾਂ ਨੂੰ ਜਿਹੜੇ ਚੇਤਨਾ ਪੱਧਰ ਉੱਚਾ ਕਰਨ ਵਾਸਤੇ ਹੈ। ਅਸੀਂ ਤਾਂ ਸਿਰਫ ਆਪਣਾ ਇੱਕ ਫਰਜ਼ ਲੈ ਕੇ ਤੁਰੇ ਹੋਏ ਜੀ। ਸ਼ਹੀਦ ਆਜ਼ਮ ਭਗਤ ਸਿੰਘ ਦੀ ਇੱਕ ਕਿਤਾਬ ਦਾ ਟਾਈਟਲ ਹੈ ਕਿ ਮੈਂ ਨਾਸਤਿਕ ਕਿਉਂ ਹਾਂ। ਮੈਂ ਸੁਣਿਆ ਵੀ ਤੁਸੀਂ ਵੀ ਨਾਸਤਿਕ ਹੋ, ਤੇ ਉਹਨਾਂ ਦੇ ਟਾਈਟਲ ਨੂੰ ਪ੍ਰਸ਼ਨ ਬਣਾ ਕੇ ਉੱਤਰ ਦੇ ਦਿਓ ਕਿ ਜੀਦਾ ਸਾਹਿਬ ਨਾਸਤਿਕ ਕਿਉਂ ਨੇ। ਨਾਸਤਿਕ ਹੋਣਾ ਕੋਈ ਆਪਣੇ ਆਪ 'ਚ ਕੋਈ ਗੁਨਾਹ ਨਹੀਂ ਗਾ ਜੀ। ਦਰਅਸਲ ਦੇ ਵਿੱਚ ਆਸਤਿਕ ਹੋਣਾ, ਮੈਂ ਕਹਿੰਦਾ ਗੁਨਾਹ ਹੈ। ਜਿਹੜਾ ਲੋਕ ਆਸਤਿਕ ਹੋ ਕੇ ਆਸਾਂ 'ਤੇ ਬੈਠੇ ਨੇ ਉਹਨਾਂ ਨੂੰ ਆਸਤਿਕ ਕਹਿੰਦੇ ਆ, ਅਤੇ ਨਾਸਤਿਕ ਜਿਹੜਾ ਕਿਸੇ ਦੀ ਆਸ ਨਹੀਂ ਰੱਖਦਾ। ਜੀ। ਆਸ ਨਾਸਤਿਕ ਬਣਨ ਵਾਸਤੇ ਸਾਨੂੰ ਬਹੁਤ ਕੁਝ ਪੜ੍ਹਨਾ ਪੈਂਦਾ, ਸਾਨੂੰ ਬਹੁਤ ਕੁਝ ਸੋਚਣਾ ਪੈਂਦਾ, ਬਹੁਤ ਸਾਰੇ ਸਵਾਲਾਂ ਦਾ ਜਵਾਬ ਦੇਣਾ ਪੈਂਦਾ ਅਤੇ ਲੱਭਣਾ ਪੈਂਦਾ, ਸੰਘਰਸ਼ ਕਰਨਾ ਪੈਂਦਾ, ਭਾਣਾ ਨਹੀਂ ਮੰਨਣਾ ਪੈਂਦਾ ਜਿਵੇਂ ਸਾਨੂੰ ਸਿਖਾਇਆ ਜਾਂਦਾ ਹੈ। ਨਾਸਤਿਕ ਹੋਣਾ ਆਪਣੇ ਆਪ ਦੇ ਵਿੱਚ ਇੱਕ ਵਿਗਿਆਨਕ ਵਿਚਾਰਧਾਰਾ ਦੇ ਨਾਲ ਜੁੜਨ ਵਾਲੀ ਗੱਲ ਹੈ। ਜੀ। ਇਸ ਕਰਕੇ ਜਦੋਂ ਤੁਸੀਂ ਪੜ੍ਹੋਗੇ ਤੁਹਾਡੇ ਕੋਲ ਗਿਆਨ ਦਾ ਵਾਧਾ ਹੁੰਦਾ ਜਾਊਗਾ ਹੌਲੀ ਹੌਲੀ, ਅਤੇ ਜਿਵੇਂ ਜਿਵੇਂ ਤੁਹਾਡੇ ਮਨ ਦੇ ਵਿੱਚ ਸਵਾਲ ਹੋਣਗੇ ਤਾਂ ਤੁਹਾਡੀ ਜਿਹੜੀ ਕਿ ਵਿਚਾਰਧਾਰਾ, ਜਿਹੜੀ ਸੋਚ ਆ ਉਹ ਪ੍ਰਚੰਡ ਹੋਊਗੀ। ਇਸ ਕਰਕੇ ਮੈਂ ਵੀ ਮਹਿਸੂਸ ਕਰਦਾ ਵੀ ਜੇ ਜਿੰਨਾ ਕੁ ਮੈਂ ਪੜ੍ਹਿਆ, ਜਿੰਨੀ ਕਿ ਮੈਂ ਸੰਸਥਾਵਾਂ ਦੇ ਨਾਲ ਜੁੜਿਆ ਹੋਇਆ, ਜਿੰਨੇ ਕੁ ਲੋਕਾਂ ਨਾਲ ਮੇਰਾ ਵਾਹ ਵਾਸਤਾ ਹੈਗਾ, ਜਿੰਨੇ ਕੁ ਬਾਹਰਲੇ ਮਿੱਤਰਾਂ ਦੇ ਨਾਲ ਵਿਹਨੇ ਹੈ, ਤਾਂ ਵਿਹਨੇ ਹੈਗੇ ਵੀ ਅਸਲ ਵਿੱਚ ਸਾਨੂੰ ਸਾਡੀ ਜਿਹੜੀ ਨਰਕੀ ਜ਼ਿੰਦਗੀ ਬਣਨ ਦਾ ਜਿਹੜਾ ਕਾਰਨ ਹੈ, ਸਾਡੇ ਜਿਹੜੇ ਇੱਥੋਂ ਦੇ ਜਿਹੜੇ ਹੈਗੇ ਮਤਲਬ ਬਾਬਿਆਂ ਦੇ ਧਾਰਮਿਕ ਜਿਹੜੇ ਪ੍ਰਵਚਨ ਨੇ ਲੋਕਾਂ ਨੂੰ ਭਾਣਾ ਮੰਨਣਾ ਹੀ ਸਿਖਾਉਂਦੇ ਆ। ਪਰ ਜੇ ਸਾਡੇ ਪੁਰਖੇ ਭਾਣਾ ਮੰਨਦੇ ਰਹਿੰਦੇ, ਸਾਡੇ ਜਿਹੜੇ ਹੈਗੇ ਅੱਜ ਤੱਕ ਵਿਗਿਆਨ ਨੇ ਕਾਢਾ ਨਹੀਂ ਸੀ ਕੱਢੀਆਂ। ਸੋ ਇਸ ਕਰਕੇ ਨਾਸਤਿਕ ਹੋਣਾ ਆਪਣੇ ਆਪ 'ਚ ਇੱਕ ਮੰਨ ਵਾਲੀ ਗੱਲ ਹੈ। ਨਾਸਤਿਕ ਵੀ ਦੋ ਤਰ੍ਹਾਂ ਦੇ ਹੁੰਦੇ ਨੇ। ਇੱਕ ਨਾਸਤਿਕ ਹੁੰਦੇ ਨੇ ਜਿਹੜੇ ਅੰਦਰੋਂ ਭਰੇ ਹੋਏ ਹੁੰਦੇ ਨੇ ਸਮਝ ਦੇ ਨਾਲ, ਗਿਆਨ ਦੇ ਨਾਲ। ਇੱਕ ਨਾਸਤਿਕ ਉਹ ਵੀ ਹੁੰਦੇ ਨੇ ਜਿਹੜੇ ਕਹਿੰਦੇ ਨੇ ਸਹੁੰ ਲੱਗੇ ਰੱਬ ਦੀ ਮੈਂ ਨਾਸਤਿਕ ਹਾਂ। ਤਾਂ ਇਹ ਵੀ ਗੱਲ ਦੇਖਣ ਵਾਲੀ ਹੈ ਕਿ ਤੁਸੀਂ ਅੰਦਰੋਂ ਭਰੇ ਹੋਏ ਹੋ, ਤੁਹਾਡੇ ਬੋਲ ਬੋਲਦੇ ਆ, ਤੁਹਾਡੀਆਂ ਕਿਤਾਬਾਂ ਦੇ ਟਾਈਟਲ ਬੋਲਦੇ ਆ। ਅੱਗੇ ਜਾ ਕੇ ਗੱਲ ਕਰਾਂਗੇ ਆਪਾਂ ਕਾਵ ਰਚਨਾ ਬਾਰੇ, ਗੀਤ ਬਾਰੇ, ਟੱਪਿਆਂ ਬਾਰੇ, ਪਰ ਉਸ ਤੋਂ ਪਹਿਲਾਂ ਇੱਕ ਕਹਿੰਦੇ ਬੱਦਲਾਂ ਦੇ ਵਿੱਚ ਵੀ ਵਿੱਤ ਮੰਤਰੀ ਸੀ, ਧਰਤੀ ਉੱਤੇ ਵੀ ਵਿੱਤ ਮੰਤਰੀ ਨੇ। ਮੇਰੇ ਵਿਅੰਗ ਨੂੰ ਸ਼ਾਇਦ ਤੁਸੀਂ ਬਹੁਤ ਖੂਬ ਤਰੀਕੇ ਨਾਲ ਜਾਣ ਗਏ ਹੋਵੋਗੇ ਕਿਉਂਕਿ ਤੁਸੀਂ ਆਪ ਵਿਅੰਗਕਾਰੀ ਹੋ। ਤਾਂ ਵਿੱਤ ਮੰਤਰੀ ਬਾਰੇ ਜਾਂ ਖਜ਼ਾਨੇ ਬਾਰੇ ਕੋਈ ਦੋ ਬੋਲ ਸਾਂਝੇ ਹੋ ਜਾਣ। ਦਰਅਸਲ ਵਿੱਚ ਸਾਡੀਆਂ ਬੋਲੀਆਂ ਨੇ ਜੋ ਸਾਡੇ ਸਮਾਜਿਕ ਹਾਲਤਾਂ ਉੱਤੇ ਵਿਅੰਗ ਕਰਦੀਆਂ ਨੇ, ਚੋਟਾ ਕਰਦੀਆਂ ਨੇ। ਵੱਖ-ਵੱਖ ਸਮੇਂ ਦੌਰਾਨ ਮਤਲਬ ਉਹ ਵਿਅੰਗ ਪੈਦਾ ਹੁੰਦਾ ਰਹਿੰਦਾ ਹੈ। ਉਹ ਵਿਅੰਗ ਨੂੰ ਮੈਂ ਆਪਣੇ ਗੀਤਾਂ ਰਾਹੀਂ, ਆਪਣੀਆਂ ਟੱਪਿਆਂ ਰਾਹੀਂ, ਆਪਣੀਆਂ ਬੋਲੀਆਂ ਰਾਹੀਂ ਫੜਦਾ ਰਹਿੰਦਾ। ਉਹ ਟੱਪਿਆਂ ਦੇ ਵਿੱਚੋਂ ਕੁਝ ਵਰਨੀਆਂ ਤੁਹਾਨੂੰ ਸੁਣਾਉਣ ਲੱਗਿਆ। ਜਿਵੇਂ ਹੁਣ ਪਿੱਛੇ ਜੇ ਸਾਡੇ ਵੋਟਾਂ ਪੈ ਕੇ ਹਟੀਆਂ ਵਿਧਾਨ ਸਭਾ ਦੀਆਂ, ਅਤੇ ਬਹੁਤ ਸਾਰੇ ਲੋਕਾਂ ਨੇ ਨਾਅਰੇ ਲਾਏ ਵੀ ਸਾਡਾ ਜਿਹੜਾ ਵਿਕਾਸ ਹੈ ਅਸੀਂ ਵਿਕਾਸ ਕਰਾਂਗੇ। ਅਤੇ ਮੈਂ ਇੱਕ ਉਸ ਲੀਡਰ ਦੇ ਨਾਲ ਬੋਲੀ ਸੀ ਜਿਹਨੂੰ ਤੁਸੀਂ ਸਮਝੋਗੇ। ਮੇਰੇ ਦੇਸ਼ ਦਾ ਵਿਕਾਸ ਬੁੱਢਾ ਹੋ ਗਿਆ, ਮੇਰੇ ਦੇਸ਼ ਦਾ ਵਿਕਾਸ ਬੁੱਢਾ ਹੋ ਗਿਆ, ਅਤੇ ਇੱਕ ਮੌਕਾ ਹੋਰ ਭਾਲਦਾ। ਬਿਲਕੁਲ। ਕੱਟਾ ਮੁੰਨ ਕੇ ਝਾਂਜਰਾਂ ਪਾਈਆਂ, ਕੱਟਾ ਮੁੰਨ ਕੇ ਝਾਂਜਰਾਂ ਪਾਈਆਂ, ਅਤੇ ਵੋਟਾਂ ਵੇਲੇ ਦਾਨ ਕਰਨਾ। ਸਾਡੇ ਲੀਡਰ ਪਹਿਲਾਂ ਆਪਣੇ ਮਹਿਲਾਂ ਦੇ ਵਿੱਚੋਂ ਬਾਹਰ ਨਹੀਂ ਨਿਕਲਦੇ ਗਏ, ਫਿਰ ਉਹ ਕੱਟੇ ਦਾਨ ਕਰਦੇ ਫਿਰਦੇ ਆ। ਉਸ ਤਰ੍ਹਾਂ ਦੀਆਂ ਜਿਹੜੀਆਂ ਬੋਲੀਆਂ। ਜੀ ਜ਼ਰੂਰ। ਸੋ ਇਸ ਤਰ੍ਹਾਂ ਜਿਹੜੀ ਤੁਸੀਂ ਬੋਲੀ ਕਿ ਸੀ ਵਿੱਤ ਵਿਭਾਗ ਦੀ, ਵਿੱਤ ਮੰਤਰੀ ਦੀ,
ਪੰਜੇ ਤੱਕੜੀ ਦੀ ਤਹਿ ਪੂਰੀ ਬੈਠਦੀ, ਪੰਜੇ ਤੱਕੜੀ ਦੀ ਤਹਿ ਪੂਰੀ ਬੈਠਦੀ, ਦੋਨਾਂ ਦਾ ਇੱਕੋ ਵਿੱਤ ਮੰਤਰੀ, ਦੋਨਾਂ ਦਾ ਸਾਂਝਾ ਵਿੱਤ ਮੰਤਰੀ, ਦੋਨਾਂ ਦਾ ਇੱਕੋ ਵਿੱਤ ਮੰਤਰੀ। ਮੁੰਡਾ ਤਾਏ ਨਾਲ ਤੜਿੰਗ ਜਦੋਂ ਹੋ ਗਿਆ, ਮੁੰਡਾ ਤਾਏ ਨਾਲ ਤੜਿੰਗ ਜਦੋਂ ਹੋ ਗਿਆ, ਭਗਤ ਸਿੰਘ ਨੂੰ ਵਾਜਾ ਮਾਰਦਾ, ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ, ਆਓ ਰੱਬ ਦੇ ਘਰਾਂ ਦੀ ਰਾਖੀ ਕਰੀਏ ਤੇ ਰੱਬ ਰਾਖਾ ਦੁਨੀਆ ਦਾ, ਰੱਬ ਰਾਖਾ ਦੁਨੀਆ ਦਾ। ਉੱਥੇ ਵੀ ਸਾਨੂੰ ਕੈਮਰਾ ਰਾਹੀਂ ਰੱਖਿਆ ਕਰਨੀ ਪੈ ਰਹੀ। ਬਿਲਕੁਲ। ਟੱਲ ਹੋ ਗਿਆ ਮੰਦਰ ਚੋਂ ਚੋਰੀ, ਟੱਲ ਹੋ ਗਿਆ ਮੰਦਰ ਚੋਂ ਚੋਰੀ ਤੇ ਸੰਕਟ ਮੋਚਣ ਦਾ, ਸੰਕਟ ਮੋਚਣ ਦਾ। ਸੋ ਇਸ ਤਰ੍ਹਾਂ ਦੀਆਂ ਕੁਝ ਬੋਲੀਆਂ ਵੰਨਗੀਆਂ ਤੁਹਾਨੂੰ ਸੁਣਾਉਣ ਲੱਗਿਆ ਜੀ। ਦੁੱਧ ਵੇਚ ਕੇ ਸ਼ਰਾਬਾਂ ਪੀਂਦੇ, ਦੁੱਧ ਵੇਚ ਕੇ, ਦੁੱਧ ਵੇਚ ਕੇ ਸ਼ਰਾਬਾਂ ਪੀਂਦੇ, ਓਏ ਪਿੰਡ ਦੇ, ਉਹ ਪਿੰਡ ਦੇ ਹੈ, ਪਿੰਡ ਦੇ ਸ਼ਕੀਨ ਗੱਭਰੂ, ਉਹ ਪਿੰਡ ਦੇ ਸ਼ਕੀਨ ਗੱਭਰੂ, ਉਹ ਪਿੰਡ ਦੇ ਸ਼ਕੀਨ ਗੱਭਰੂ, ਉਹ ਪਿੰਡ ਦੇ ਸ਼ਕੀਨ ਗੱਭਰੂ। ਕਿਹੜੇ ਪਿੰਡ ਦੀ ਕਰੇਗਾ ਸਰਪੰਚੀ, ਕਿਹੜੇ ਪਿੰਡ ਦੀ, ਕਿਹੜੇ ਪਿੰਡ ਦੀ ਕਰੇਗਾ ਸਰਪੰਚੀ, ਵੇ ਥਾਣੇ ਦਾ, ਵੇ ਥਾਣੇ ਦਾ, ਵੇ ਥਾਣੇ ਦਾ ਦਲਾਲ ਬਣ ਕੇ, ਵੇ ਥਾਣੇ ਦਾ ਦਲਾਲ ਬਣ ਕੇ, ਹੋ ਵੇ ਥਾਣੇ ਦਾ ਦਲਾਲ ਬਣ ਕੇ, ਵੇ ਥਾਣੇ ਦਾ ਦਲਾਲ ਬਣ ਕੇ, ਹੋ। ਭੇਡ ਵਿਕ ਗਈ 5560 ਦੀ, ਭੇਡ ਵਿਕ ਗਈ, ਭੇਡ ਵਿਕ ਗਈ 5560 ਦੀ, ਉਹ 400 ਨੂੰ, ਉਹ 400 ਨੂੰ, ਉਹ 400 ਨੂੰ ਵੋਟ ਵਿਕ ਗਈ, ਉਹ 400 ਨੂੰ ਵੋਟ ਵਿਕ ਗਈ, ਹੋ ਉਹ 400 ਨੂੰ ਵੋਟ ਵਿਕ ਗਈ, ਉਹ 400 ਨੂੰ ਵੋਟ ਵਿਕ ਗਈ, ਹੋ। ਦੇਖੀ ਸੰਗਤ ਵੇਚਦੀ ਵੋਟਾਂ, ਦੇਖੀ ਸੰਗਤ, ਦੇਖੀ ਸੰਗਤ ਵੇਚਦੀ ਵੋਟਾਂ, ਓ ਸੰਗਤਾਂ ਨੂੰ, ਉਹ ਸੰਗਤਾਂ ਨੂੰ, ਉਹ ਸੰਗਤਾਂ ਨੂੰ ਬਾਬੇ ਵੇਚ ਗਏ, ਉਹ ਸੰਗਤਾਂ ਨੂੰ ਬਾਬੇ ਵੇਚ ਗਏ, ਹੋ ਉਹ ਸੰਗਤਾਂ ਨੂੰ ਬਾਬੇ ਵੇਚ ਗਏ, ਉਹ ਸੰਗਤਾਂ ਨੂੰ ਬਾਬੇ ਵੇਚ ਗਏ, ਹੋ। ਕੁੜੀ ਫਸ ਗਈ ਕੈਨੇਡਾ ਵਾਲ ਚਾਚ, ਕੁੜੀ ਫਸ ਗਈ, ਕੁੜੀ ਫਸ ਗਈ ਕੈਨੇਡਾ ਵਾਲ ਚਾਚ, ਓਏ ਬੁੱਢੇ ਨਾ, ਉਹ ਬੁੱਢੇ ਨਾ, ਉਹ ਬੁੱਢੇ ਨਾ ਕਰਾ ਲਈ ਮੰਗਣੀ, ਉਹ ਬੁੱਢੇ ਨਾ ਕਰਾ ਲਈ ਮੰਗਣੀ, ਹੋ ਉਹ ਬੁੱਢੇ ਨਾ ਕਰਾ ਲਈ ਮੰਗਣੀ, ਉਹ ਬੁੱਢੇ ਨਾ ਕਰਾ ਲਈ ਮੰਗਣੀ, ਹੋ। ਤੈਨੂੰ ਧੱਕੇ ਨਾ ਵਸਾਉਣਾ ਘਰ ਆਪਣੇ, ਤੈਨੂੰ ਧੱਕੇ ਨਾ, ਤੈਨੂੰ ਧੱਕੇ ਨਾ ਵਸਾਉਣਾ ਘਰ ਆਪਣੇ, ਨੀ ਜੰਮੂ ਕਸ਼, ਨੀ ਜੰਮੂ ਕਸ਼, ਨੀ ਜੰਮੂ ਕਸ਼ਮੀਰ ਦੀ ਤਰ੍ਹਾਂ, ਉਹ ਜੰਮੂ ਕਸ਼ਮੀਰ ਦੀ ਤਰ੍ਹਾਂ, ਹੋ ਉਹ ਜੰਮੂ ਕਸ਼ਮੀਰ ਦੀ ਤਰ੍ਹਾਂ, ਉਹ ਜੰਮੂ ਕਸ਼ਮੀਰ ਦੀ ਤਰ੍ਹਾਂ, ਹੋ। सत्तर साल दी आज़ादी होई, 72 साल दी, 72 साल दी आज़ादी होई, ओए आटा दाल, ओए आटा दाल, ओए आटा दाल फिर वंडदी, ओए आटा दाल फिर वंडदी, हो ओए आटा दाल फिर वंडदी, ओए आटा दाल फिर वंडदी, हो।
ਬੰਨ ਕੇ ਜ਼ਬਾਨ ਬੰਦ ਰੱਖਣੀ, ਮੂੰਹ ਬੰਨ ਕੇ ਜ਼ਬਾਨ ਬੰਦ ਰੱਖਣੀ। ਓਏ ਇਸੇ ਨੂੰ ਕਰੋਨਾ ਆਖਦੇ, ਓਏ ਇਸੇ ਨੂੰ ਕਰੋਨਾ ਆਖਦੇ, ਓਏ ਇਸੇ ਨੂੰ ਕਰੋਨਾ ਆਖਦੇ, ਓਏ ਇਸੇ ਨੂੰ ਕਰੋਨਾ ਆਖਦੇ ਹੋ। ਸੱਤ ਬੈਂਡ ਵਾਲੀ ਕੁੜੀ ਪੌੜੀ ਬਣ ਜੇ, ਸੱਤ ਬੈਂਡ ਵਾਲੀ ਕੁੜੀ ਪੌੜੀ ਬਣ ਜੇ। ਓਏ ਮੁੰਡੇ ਨੂੰ ਚੜਾਉਣਾ ਜਹਾਜ਼ ਤੇ, ਓ ਮੁੰਡੇ ਨੂੰ ਚੜਾਉਣਾ ਜਹਾਜ਼ ਤੇ ਹੋ, ਓ ਮੁੰਡੇ ਨੂੰ ਚੜਾਉਣਾ ਜਹਾਜ਼ ਤੇ, ਓ ਮੁੰਡੇ ਨੂੰ ਚੜਾਉਣਾ ਜਹਾਜ਼ ਤੇ ਹੋ। ਪੱਗ ਰੰਗ ਦੇ ਲਲਾਰੀ ਆ ਮੇਰੀ, ਪੱਗ ਰੰਗ ਦੇ ਲਲਾਰੀ ਆ ਮੇਰੀ। ਉਹ ਰਾਜਨੀਤੀ ਬਦਲੀ ਗਈ, ਉਹ ਰਾਜਨੀਤੀ ਬਦਲੀ ਗਈ ਹੋ, ਉਹ ਰਾਜਨੀਤੀ ਬਦਲੀ ਗਈ, ਉਹ ਰਾਜਨੀਤੀ ਬਦਲੀ ਗਈ ਹੋ। ਮੁੰਡਾ ਤਾਂ ਇੰਨਾ ਤੜੰਗ ਜਦੋਂ ਹੋ ਗਿਆ, ਮੁੰਡਾ ਤਾਂ ਇੰਨਾ ਤੜੰਗ ਜਦੋਂ ਹੋ ਗਿਆ। ਭਗਤ ਸਿਉ ਨੂੰ ਵਾਜਾਂ ਮਾਰਦਾ, ਭਗਤ ਸਿਉ ਨੂੰ ਵਾਜਾਂ ਮਾਰਦਾ ਹੋ, ਭਗਤ ਸਿਉ ਨੂੰ ਵਾਜਾਂ ਮਾਰਦਾ, ਭਗਤ ਸਿਉ ਨੂੰ ਵਾਜਾਂ ਮਾਰਦਾ ਹੋ। ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ, ਸਾਡੀ ਪੱਗ ਨੂੰ ਫਰਾਂਸ ਵਿੱਚ ਖਤਰਾ। ਤੇ ਪੱਗੋ ਪੱਗੀ ਹੋ ਗਏ ਖਾਲਸੇ, ਪੱਗੋ ਪੱਗੀ ਹੋ ਗਏ ਖਾਲਸੇ ਹੋ, ਪੱਗੋ ਪੱਗੀ ਹੋ ਗਏ ਖਾਲਸੇ, ਪੱਗੋ ਪੱਗੀ ਹੋ ਗਏ ਖਾਲਸੇ ਹੋ। ਸਾਡੇ ਨਰਮੇ ਨੂੰ ਟਿੰਡਾ ਭਾਵੇਂ ਲੱਗੇ ਨਾ, ਸਾਡੇ ਨਰਮੇ ਨੂੰ ਟਿੰਡਾ ਭਾਵੇਂ ਲੱਗੇ ਨਾ। ਤੇ ਬਾਬੇ ਦੀ ਫਿਲਮ ਲੱਗ ਜੇ, ਉਹ ਬਾਬੇ ਦੀ ਫਿਲਮ ਲੱਗ ਜੇ ਹੋ, ਉਹ ਬਾਬੇ ਦੀ ਫਿਲਮ ਲੱਗ ਜੇ, ਉਹ ਬਾਬੇ ਦੀ ਫਿਲਮ ਲੱਗ ਜੇ ਹੋ। ਸੱਥੋਂ ਪੰਜਵੀਂ ਪਾਸ ਨਾ ਹੋਈ, ਸੱਥੋਂ ਪੰਜਵੀਂ ਪਾਸ ਨਾ ਹੋਈ। ਉਹ ਵਿਦਿਆ ਵਿਭਾਗ ਮੰਤਰੀ, ਉਹ ਵਿਦਿਆ ਵਿਭਾਗ ਮੰਤਰੀ ਹੋ, ਉਹ ਵਿਦਿਆ ਵਿਭਾਗ ਮੰਤਰੀ, ਉਹ ਵਿਦਿਆ ਵਿਭਾਗ ਮੰਤਰੀ ਹੋ। ਸਾਡੇ ਵੇੜਿਆਂ ਚ ਟੂਟੀਆਂ ਪਟਾ ਕੇ, ਸਾਡੇ ਵੇੜਿਆਂ ਚ ਟੂਟੀਆਂ ਪਟਾ ਕੇ। ਉਹ ਚਾਂਦੀ ਉੱਤੇ ਪਾਣੀ ਪਾਲਦੇ, ਉਹ ਚਾਂਦੀ ਉੱਤੇ ਪਾਣੀ ਪਾਲਦੇ ਹੋ, ਉਹ ਚਾਂਦੀ ਉੱਤੇ ਪਾਣੀ ਪਾਲਦੇ, ਉਹ ਚਾਂਦੀ ਉੱਤੇ ਪਾਣੀ ਪਾਲਦੇ ਹੋ।
ਸੋਟਾ ਆਪਣੀ ਪੀੜੀ ਦੇ ਥੱਲੇ ਫੇਰ ਲੈ, ਸੋਟਾ ਆਪਣੀ ਪੀੜੀ ਦੇ ਥੱਲੇ ਫੇਰ ਲੈ ਵੇ। ਜੀਦਿਆ ਨਾ ਉਹ ਜੀਦਿਆ ਨਾ, ਉਹ ਜੀਦਿਆ ਨਾ ਮਾਰ ਬੋਲੀਆਂ, ਉਹ ਜੀਦਿਆ ਨਾ ਮਾਰ ਬੋਲੀਆਂ ਹੋ, ਉਹ ਜੀਦਿਆ ਨਾ ਮਾਰ ਬੋਲੀਆਂ, ਉਹ ਜੀਦਿਆ ਨਾ ਮਾਰ ਬੋਲੀਆਂ ਹੋ। ਬਹੁਤ ਖੂਬ ਜੀ। ਐਂ ਕਹਿ ਦਈਏ ਕਿ ਇਹ ਸ਼ਬਦਾਂ ਤੋਂ ਉੱਪਰ ਦੀ ਜਿਹੜੀ ਰਚਨਾ ਸੀ, ਇਹਨੂੰ ਮੈਂ ਸ਼ਬਦਾਂ ਦੇ ਨਾਲ ਬਿਆਨ ਨਹੀਂ ਕਰ ਸਕਦਾ। ਤੇ ਗੱਲ ਜੇਕਰ ਮੈਂ ਇਹ ਕਹਾਂ ਕਿ ਜੀਦਾ ਸਾਹਿਬ ਨੇ ਸ਼ੁਰੂਆਤ ਕਿੱਥੋਂ ਕੀਤੀ, ਤੇ ਜਦੋਂ ਸ਼ੁਰੂਆਤ ਕੀਤੀ ਪਰਿਵਾਰ ਦਾ, ਮਾਪਿਆਂ ਦਾ, ਤੇ ਖਾਸ ਕਰਕੇ ਅਖੌਤੀ ਸਿਆਣਿਆਂ ਦਾ। ਮੈਂ ਸਿਆਣਿਆਂ ਦੀ ਗੱਲ ਨਹੀਂ ਕਰਦਾ, ਸਿਆਣੇ ਉਹ ਹੁੰਦੇ ਨੇ ਜਿਹੜੇ ਟੱਕਰ 'ਚ ਖੜਦੇ ਨਹੀਂ, ਸਿਆਣੇ ਉਹ ਹੁੰਦੇ ਨੇ ਜਿਹੜੇ ਟੱਕਰ ਵਾਲੇ ਨੂੰ ਹੱਲਾਸ਼ੇਰੀ ਦਿੰਦੇ ਨੇ। ਪਰ ਜਿਹੜੇ ਅਖੌਤੀ ਸਿਆਣੇ ਹੁੰਦੇ ਨੇ, ਉਹਨਾਂ ਨੇ ਕਿਹਾ ਨਹੀਂ ਜੀਦਾ ਸਾਹਿਬ ਵਧੀਆ ਤੋਰੀ ਫੁਲਕਾ ਚੱਲਦਾ ਹੈ, ਕਿਉਂ ਖਹਿ ਕੇ ਲੰਘਦੇ ਹੋ, ਕੀ ਲੋੜ ਪੈਂਦੀ ਹੈ। ਦਰਅਸਲ ਦੇ ਵਿੱਚ ਮੈਂ ਉਹ ਫਿਰ ਗੱਲ ਦੁਹਰਾਉਣੀ ਮੈਨੂੰ ਪੈ ਰਹੀ ਹੈ। ਅਸਲ ਵਿੱਚ ਇਹ ਸਮੇਂ ਦੀਆਂ ਹਾਲਾਤਾਂ ਦੇ ਵਿੱਚੋਂ ਪੈਦਾ ਹੋਈਆਂ ਜਿਹੜੀਆਂ ਬੋਲੀਆਂ ਨੇ ਜੀ, ਤਾਂ ਅਸੀਂ ਇਹ ਸੋਚਦੇ ਹੈਗੇ ਵੀ ਅਸਲ ਦੇ ਵਿੱਚ ਇਹ ਸਾਡਾ ਫਰਜ਼ ਹੈ। ਜੀ ਇੱਕ ਮਿੰਟ ਮਾਫ ਕਰਨਾ ਜੀ, ਮੈਂ ਪੁੱਛ ਰਿਹਾ ਸੀ ਕਿ ਕੋਈ ਸਿਆਣਾ ਟੱਕਰਿਆ ਨਹੀਂ, ਅਖੌਤੀ ਸਿਆਣਾ ਨਹੀਂ ਟੱਕਰਿਆ ਕੋਈ ਜਿਹੜਾ ਕਹਿੰਦਾ ਸਿਆਣੇ ਟੱਕਰਦੇ ਰਹਿੰਦੇ ਆ ਅਕਸਰ ਹੀ, ਪਰ ਤਰਕ ਤੇ ਦਲੀਲ ਨਾਲ ਜਿਹੜੀ ਗੱਲ ਕਰਨੀ ਹੈ ਉਹਦੇ ਮੂਹਰੇ ਕੋਈ ਨਹੀਂ ਖੜਦਾ। ਅਸਲ ਵਿੱਚ ਤਰਕ ਤੇ ਦਲੀਲ ਨਾਲ ਜਦੋਂ ਤੁਹਾਡੇ ਕੋਲ ਤਰਕ ਹੈ, ਦਲੀਲ ਹੈ, ਚੇਤਨਾ ਹੈ, ਤਾਂ ਉਸ ਸਮੇਂ ਦੌਰਾਨ ਤੁਹਾਨੂੰ ਪਤਾ ਹੁੰਦਾ ਵੀ ਜਿਹੜੀ ਸਾਡੀ ਜਿਹੜੀ ਗੱਲ ਹੈ ਉਹ ਵਿਸ਼ਾਲ ਲੁਕੋਈ ਦੀ ਗੱਲ ਹੈ, ਲੋਕਾਂ ਦੀ ਗੱਲ ਹੈ। ਲੋਕਾਂ ਦੀਆਂ ਜਨਤਕ ਜਥੇਬੰਦੀਆਂ ਨੇ, ਇਨਕਲਾਬੀ ਲੋਕ ਨੇ, ਸਾਡੇ ਉਹ ਹਿੱਸਾ ਨੇ, ਭਾਵੇਂ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਨੇ। ਫਿਰ ਉਹਨਾਂ ਤੋਂ ਡਰਨ ਦੀ ਕਿਹੜੀ ਲੋੜ ਹੈ, ਕਿਉਂਕਿ ਜਿਹੜੇ ਹੈਗੇ ਆ ਜਿਹਨੂੰ ਤੁਸੀਂ ਸਿਆਣੇ ਕਹਿੰਦੇ ਆ, ਉਹ ਅਸਲ ਵਿੱਚ ਸਾਨੂੰ ਮੂਰਖ ਬਣਾਉਣ ਦਾ ਇੱਕ ਜ਼ਰੀਆ ਉਹਨਾਂ ਕੋਲ ਵਿਚਾਰਧਾਰਾ। ਬਾਉਂਸਰ ਹੋਣ 3-4, 2 ਮੂਹਰੇ ਤੁਰਨ, 2 ਮਗਰ ਤੁਰਨ, ਇੱਕ ਅੱਧਾ ਸਾਈਡ ਤੇ ਤੁਰੇ। ਗੱਡੀ ਨਵੀਂ ਹੋਵੇ, BMW ਹੋਵੇ, ਆਡੀ ਹੋਵੇ, ਚਾਹੇ ਕਿਸ਼ਤਾਂ ਚੱਲਦੀਆਂ ਹੋਣ, ਗੀਤ ਦੇ ਵਿੱਚ 2-4 ਰਫਲਾਂ ਦੀ ਗੱਲ ਹੁੰਦੀ ਹੋਵੇ, ਕੁੜੀ ਦਾ ਲੱਕ ਮਿਣ ਕੇ 2.5 ਲੱਖ ਰੁਪਏ ਦਾ ਪ੍ਰੋਗਰਾਮ ਲੱਗਦਾ ਹੋਵੇ, ਆਵਾਜ਼ ਤੁਹਾਨੂੰ ਰੱਬ ਨੇ ਬੜੀ ਸੋਹਣੀ ਦਿੱਤੀ ਹੈ, ਇਹੋ ਜਿਹੇ ਵਿਸ਼ੇ ਕਿਉਂ ਨਹੀਂ ਛੋਹਦੇ? ਇਸ ਗਾਇਕੀ ਨੂੰ ਦਿਲ ਨਹੀਂ ਕਰਦਾ? ਨਹੀਂ, ਬਿਲਕੁਲ ਨਹੀਂ ਕਰਦਾ, ਕਿਉਂਕਿ ਅਸਲ ਵਿੱਚ ਉਹੀ ਫਿਰ ਗੱਲ ਮੇਰੀ ਹੁੰਦੀ ਹੈ ਜੀ ਕਿ ਅਸਲ ਵਿੱਚ ਆਪਾਂ ਜਿਹੜੀ ਹੈਗਾ ਜਿਹੜਾ ਰਾਹ ਚੁਣਿਆ ਹੈਗਾ, ਅਸਲ ਵਿੱਚ ਇਹ ਪੈਸੇ ਵਾਲਾ ਰਾਹ ਨਹੀਂ, ਇਹ ਸਾਡੀ ਸਮਾਜਿਕ ਜ਼ਿੰਮੇਵਾਰੀ ਹੈ ਕਿ ਮਨੁੱਖ ਹੋਣ ਦੇ ਨਾਤੇ ਸਾਡਾ ਚੇਤਨਾ ਵਾਲਾ ਰਾਹ ਹੈਗਾ। ਜ਼ਿੰਦਗੀ ਦਾ ਤੋਰੀ ਫੁਲਕਾ ਫਿਰ ਕਿੱਥੋਂ ਤੁਰਦਾ ਹੈ, ਇਹ ਵੀ ਇੱਕ ਸਵਾਲ ਆ। ਜ਼ਿੰਦਗੀ ਦਾ ਤੋਰੀ ਫੁਲਕਾ ਚੱਲਣ ਵਾਸਤੇ ਅਸਲ ਵਿੱਚ ਮੈਂ ਨਿੱਕੀ ਨੌਕਰੀ ਕਰਦਾ ਸੀਗਾ, ਉੱਥੋਂ ਸੇਵਾ ਮੁਕਤ ਹੋਇਆ ਪਿਛਲੇ ਸਾਲ। ਤਾਂ ਉਸ ਤਰ੍ਹਾਂ ਦੇ ਜਿਹੜੇ ਪਰਿਵਾਰ ਆ, ਸਾਡੇ ਬੱਚੇ ਬੜੇ ਵਧੀਆ ਪੜ੍ਹ ਰਹੇ ਨੇ ਮੇਰੇ, ਅਤੇ ਉਹਦੇ ਵਿੱਚੋਂ ਚੱਲ ਰਿਹਾ, ਕੋਈ ਐਡੀ ਗੱਲ ਨਹੀਂ। ਅੱਗੇ ਵੀ ਮੈਂ ਗੱਲ ਕੀਤੀ ਸੀ ਵੀ ਅਸਲ ਵਿੱਚ ਰੋਟੀਆਂ ਦਾ ਜਿਹੜਾ ਫਿਕਰ ਕਰਕੇ ਜੋ ਤੁਸੀਂ ਤੁਰੋਗੇ ਤਾਂ ਤੁਸੀਂ ਕਦੇ ਵੀ ਗਾਂਹ ਨਹੀਂ ਵੱਧ ਸਕਦੇ। ਜੀਦਾ ਸਾਹਿਬ ਇੱਕ ਸਟੇਟਮੈਂਟ ਦਿੰਦੇ ਆ ਸਟੇਜ ਦੇ ਉੱਤੇ ਕਿ ਇਹ ਜਿਹੜਾ ਦੇਸ਼ ਹੈ ਨਾ, ਇਹ ਕੌਮਾਂ ਦਾ ਜੇਲ੍ਹ ਖਾਨਾ ਹੈ। ਕਾਫੀ ਵਾਰੀ ਸੁਣੀ ਤੁਹਾਡੀ ਸਟੇਟਮੈਂਟ, ਥੋੜ੍ਹਾ ਜਿਹਾ ਕਿ ਇਹਨੂੰ ਜੇਕਰ ਆਪਣੇ ਸ਼ਬਦਾਂ ਵਿੱਚ ਜਾਂ ਗੀਤਾਂ ਵਿੱਚ ਐਕਸਪਲੇਨ ਕਰ ਦਿਓ ਵੀ ਕੌਮਾਂ ਦਾ ਜੇਲ੍ਹ ਖਾਨਾ ਹੈ। ਇਹ ਤਾਂ ਲੋਕ ਸਾਰੇ ਜਾਣਦੇ ਆ, ਅੱਜ ਕੱਲ੍ਹ ਜਿਹੜੇ ਚੇਤਨ ਲੋਕ ਨੇ, ਸਿਆਣੇ ਲੋਕ ਜਾਣਦੇ ਨੇ ਕਿ ਭਾਰਤ ਇੱਕ ਦੇਸ਼ ਨਹੀਂ, ਭਾਰਤ ਬਹੁ ਕੌਮੀ ਦੇਸ਼ ਹੈ, ਜਿਸ 'ਚ ਵੱਖ-ਵੱਖ ਕੌਮੀਅਤਾਂ ਵਸਦੀਆਂ ਨੇ। ਜਿਵੇਂ ਜੰਮੂ ਕਸ਼ਮੀਰ ਵਾਲੇ ਆ, ਤਾਮਿਲ ਵਾਲੇ ਹੈਗੇ ਆ, ਪੰਜਾਬੀ ਹੈਗੇ ਆ, ਗੋਰਖੇ ਹੈਗੇ ਆ, ਨਾਗਾਲੈਂਡ ਵਾਲੇ ਹੈਗੇ ਆ, ਮਿਜ਼ੋਰਮ ਵਾਲੇ ਹੈਗੇ ਆ, ਜਾਂ ਬਸਤਰ ਦੇ ਜੰਗਲਾਂ ਵਿੱਚ ਰਹਿੰਦੇ ਆ। ਭਾਰਤ ਵਿੱਚ ਬਹੁਤ ਬੜੀਆਂ ਪਰਤਾਂ ਨੇ, ਤਾਂ ਭਾਰਤੀ ਹਾਕਮਾਂ ਨੇ ਇੱਕ ਭਾਰਤ ਨੂੰ ਇੱਕ ਸਟੇਟ ਬਣਾ ਕੇ ਰੱਖਿਆ ਹੋਇਆ ਜੀ। ਜਦੋਂ ਵੀ ਕਿਤੇ ਬਗਾਵਤ ਉੱਠਦੀ ਹੈ ਤਾਂ ਉਹਨਾਂ ਨੂੰ ਦਬਾਉਣ ਦਾ ਇੱਕ ਸਾਧਨ ਹੈ ਭਾਰਤੀ ਸਟੇਟ, ਭਾਰਤੀ ਰਾਜ, ਜਿਹਨੂੰ ਰਾਸ਼ਟਰਵਾਦ ਕਹਿੰਦੇ ਨੇ। ਰਾਸ਼ਟਰਵਾਦ ਦੇ ਨਾਂ ਥੱਲੇ ਜਿਹੜੇ ਹੈਗਾ ਦੇਸ਼ ਦੇ ਜਿਹੜੇ ਹਾਕਮ ਹੈ, ਸਰਮਾਏਦਾਰ ਹੈ, ਉਹਨਾਂ ਨੇ ਭਾਰਤ ਨੂੰ ਜੇਲ੍ਹ ਖਾਨਾ ਬਣਾ ਕੇ ਰੱਖਿਆ ਹੋਇਆ ਅਤੇ ਉਹਨਾਂ ਨੂੰ ਬਗਾਵਤਾਂ ਨੂੰ ਕੁਚਲਦੇ ਨੇ। ਨੌਕਰੀ ਕਰਦੇ ਹੋ ਜੀ, ਜ਼ਿੰਦਗੀ ਦੇ ਵੀ ਰੁਝੇਵੇਂ ਹੁੰਦੇ ਨੇ, ਪਰ ਇਹ ਵਕਤ ਕਿੱਥੋਂ ਨਿਕਲਦਾ ਵੀ ਤੁਸੀਂ ਇਹ ਗਾਗਰ ਦੇ ਵਿੱਚ ਸਾਗਰ ਬੰਦ ਕਰਦੇ ਹੋ, ਕਲਮ ਝਰੀਟਦੇ ਹੋ? ਕਿਵੇਂ ਬਹੁਤ ਬੰਦੇ ਕਹਿ ਦਿੰਦੇ ਜੀ ਸਾਨੂੰ ਤਾਂ ਉੱਤੋਂ ਆਉਂਦੀ ਹੈ, ਆਮਦ ਹੁੰਦੀ ਹੈ। ਜੀਦਾ ਸਾਹਿਬ ਕਿਸੇ ਸਮੁੰਦਰ 'ਤੇ ਬਹਿ ਜਾਂਦੇ ਆ, ਛਤਰੀ ਲਾ ਕੇ ਪੈਰ ਹਿਲਾਉਂਦੇ ਨੇ, ਉਹ ਆਉਂਦੀਆਂ ਜਾਂਦੀਆਂ ਛੱਲਾਂ ਵਿੱਚ, ਅਤੇ ਕੋਰੇ ਕਾਗਜ਼ਾਂ ਉੱਤੇ ਝਰੀਟਦੇ ਨੇ, ਥਾਟ ਲੈ ਕੇ ਜਾਂਦੇ ਨੇ, ਵੱਡੇ ਵੱਡੇ ਹੋਟਲ ਬੁੱਕ ਕਰਾਉਂਦੇ ਨੇ। ਕਿੱਥੇ ਜਾ ਕੇ ਲਿਖਦੇ ਹੋ ਇੱਦਾਂ ਦੇ ਗੀਤ ਤੁਸੀਂ? ਦਰਅਸਲ ਦੇ ਵਿੱਚ ਜਿਹੜੀ ਤੁਸੀਂ ਆ ਗੱਲਾਂ ਕੀਤੀਆਂ, ਇਹ ਹੈਗੀ ਹੈ ਅਸਲ 'ਚ ਉਹਨਾਂ ਲੋਕਾਂ ਵਾਸਤੇ ਜਿਹੜੇ ਕਿ ਰੋਮਾਂਟਿਕਤਾ ਦੀਆਂ ਗੱਲਾਂ ਕਰਦੇ ਨੇ ਜੀ। ਸਾਡੇ ਗੀਤਾਂ ਦੇ ਵਿੱਚ ਤਾਂ ਬਿਲਕੁਲ ਯਥਾਰਥ ਹੈ, ਸਮਾਜ ਦੇ ਵਿੱਚ ਜੋ ਕੁਛ ਵਾਪਰਿਆ ਸੀ, ਅੱਖਾਂ ਜੋ ਵੇਨੇ ਹੈ, ਸਾਡੀ ਤਾਂ ਆਪਣੀ ਪੀੜ ਹੈ, ਇਹ ਸਾਡੇ ਸਮਾਜ ਦੀ ਪੀੜ ਹੈ, ਸਾਡੇ ਲੋਕਾਂ ਦੀ ਪੀੜ ਹੈ। ਇਹ ਲੋਕਾਂ ਦੀ ਪੀੜ ਲੋਕਾਂ ਵਿੱਚ ਜਾ ਕੇ ਹੀ ਪਤਾ ਲੱਗਦਾ ਨਾ, ਜਾਂ ਅਸੀਂ ਅਨੁਭਵ ਕਰਦੇ ਹਾਂ, ਤੁਹਾਡਾ ਨਜ਼ਰੀਆ ਸੈੱਟ ਹੋ ਜਾਂਦਾ, ਦੇਖਣ ਦਾ ਨਜ਼ਰੀਆ, ਥੋੜਾ ਸੋਚਣ ਦਾ ਨਜ਼ਰੀਆ, ਉਹਦੇ ਵਿੱਚੋਂ ਹੀ ਮਤਲਬ ਪੈਦਾ ਹੁੰਦਾ। ਜੀਦਾ ਸਾਹਿਬ ਰੋਮਾਂਟਿਕ ਨਹੀਂ?
ਨਹੀਂ, ਰੋਮਾਂਟਿਕਤਾ ਬਹੁਤ ਜ਼ਰੂਰੀ ਹੈ ਸਮਾਜ ਦੇ ਵਿੱਚ। ਸਾਡੀ ਸਰੀਰ ਦੇ ਵਿੱਚ, ਸਾਡੀ ਚੇਤਨਾ ਵਿੱਚ ਇੱਕ ਮਨੁੱਖ ਹੋਣ ਦੇ ਨਾਤੇ ਰੋਮਾਂਟਿਕਤਾ ਜ਼ਰੂਰੀ ਹੈ। ਪਰ ਕੋਈ ਸਾਡੀਆਂ ਨੈਤਿਕ ਕਦਰਾਂ ਕੀਮਤਾਂ ਨੇ, ਸਮਾਜ ਦੀਆਂ ਨੈਤਿਕ ਕਦਰਾਂ ਕੀਮਤਾਂ, ਉਹਦੇ ਵਿੱਚੋਂ ਰੋਮਾਂਟਿਕਤਾ। ਜਿਵੇਂ ਮੈਂ ਗੱਲ ਕੀਤੀ, ਤੈਨੂੰ ਧੱਕੇ ਨਾਲ ਵਸਾਉਣਾ ਘਰ ਆਪਣੇ ਨਹੀਂ, ਜੰਮੂ ਕਸ਼ਮੀਰ ਦੀ ਤਰ੍ਹਾਂ ਰੇਲ ਮਹਿਕਮੇ ਦੇ ਵਾਂਗੂ ਫੇਲ ਹੋ ਜਾਏਗੀ, ਨਹੀਂ ਇਹਨਾਂ ਲਾਈਟ ਆਉਣ ਵਾਲੀ। ਹਾਂ, ਰੋਮਾਂਟਿਕ ਹੈ ਗੌਰਮੈਂਟ ਦੀ ਗ੍ਰਾਂਟ ਵਾਂਗੂ ਖਾ ਗਿਆ ਤੇ ਗਮ ਸਾਨੂੰ ਮਿੱਤਰਾਂ ਦਾ। ਅਸਲ ਵਿੱਚ ਇਹ ਰੋਮਾਂਟਿਕਤਾ ਦੇ ਵਿੱਚੋਂ ਵੀ ਸਾਡੀ ਸਮਾਜ ਦੀ ਪੀੜ ਹੈ ਜੀ। ਮਤਲਬ ਤੁਸੀਂ ਰੋਮਾਂਟਿਕ ਐਂਗਲ ਨੂੰ ਵੀ ਸੱਚ ਨਾਲ ਜੋੜ ਲੈਂਦੇ ਹੋ, ਪੀੜਾ ਨਾਲ ਜੋੜ ਲੈਂਦੇ ਹੋ। ਹਾਂ, ਅਸੀਂ ਜਦੋਂ ਪੀੜਾਂ ਦੀ ਗੱਲ ਕਰਦੇ ਹਾਂ, ਸਮਾਜਿਕ ਪੀੜਾਂ ਸਾਡੇ ਮੂਹਰੇ ਆ ਜਾਂਦੀਆਂ ਪਹਿਲਾਂ ਰੋਮਾਂਟਿਕਤਾ। ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਵੀ ਨੇ, ਗਾਇਕ ਵੀ ਨੇ, ਸਤਿਕਾਰੇ ਗਏ, ਹੁਣ ਨਕਾਰੇ ਗਏ। ਮੈਂ ਸ਼ਬਦ ਵਰਤਣ ਲੱਗਿਆ ਸੰਕੋਚ ਨਹੀਂ ਕਰੂੰਗਾ, ਕਾਰਨ ਕੋਈ ਵੀ ਰਹੇ। ਮੈਂ ਗੱਲ ਗੁਰਦਾਸ ਮਾਨ ਦੀ ਕਰਦਾ ਹੈ। ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਤੁਸੀਂ ਉਹਦਾ ਜਵਾਬ ਦੇ ਦਿੱਤਾ ਸੀ। ਪਹਿਲਾਂ ਜਵਾਬ ਦਾ ਕਾਰਨ ਤੇ ਫਿਰ ਉਸ ਜਵਾਬ ਨੂੰ ਗੁਣਗੁਣਾ ਕੇ ਵੀ ਜ਼ਰੂਰ ਦੱਸਿਓ। ਅਸੀਂ ਤੁਹਾਨੂੰ ਗੀਤ ਹੀ ਸੁਣਾਉਣੇ ਉਹ, ਉਹਨਾਂ ਦਾ ਗੀਤ ਆ, ਰੋਟੀ ਹੱਕ ਦੀ ਖਾਈਏ ਜੀ, ਭਾਵੇਂ ਬੂਟ ਪਾਲਿਸ਼ਾਂ ਕਰੀਏ। ਅਸੀਂ ਕਹਿੰਦੇ ਹੱਕ ਮੰਗੀਏ ਬਰਾਬਰ ਦੇ, ਕਾਹ ਤੋਂ ਬੂਟ ਪਾਲਸ। ਆਮ ਤੌਰ 'ਤੇ ਸਾਨੂੰ ਗੀਤ ਸੁਣਾਏ ਜਾਂਦੇ ਨੇ ਕਿ ਉੱਚੀਆਂ ਇਮਾਰਤਾਂ ਦੇ ਸੁਪਨੇ ਨਾ ਦੇਖ, ਜਦੋਂ ਆਉਂਦਾ ਇਹ ਭੁਚਾਲ ਤੋਂ ਗਿਰ ਜਾਂਦੇ। ਭਲਾ ਕੀ ਕਿਸੇ ਕੰਮ ਕਰਨ ਵਾਲੇ ਬੰਦੇ ਨੂੰ, ਕਿਰਤੀ ਬੰਦੇ ਨੂੰ ਚੰਗੇ ਘਰ ਦੇ ਸੁਪਨੇ ਨਹੀਂ ਲੈਣੇ ਚਾਹੀਦੇ? ਅਸੀਂ ਕਹਿੰਦੇ ਹੁੰਦੇ ਹਾਂ, ਭਲੇ ਲੋਕੋ ਜਦੋਂ ਭੁਚਾਲ ਆਏਗਾ, ਜਦੋਂ ਤੁਹਾਡੀਆਂ ਡਿੱਗੀਆਂ, ਉਦੋਂ ਸਾਡੀਆਂ ਡਿੱਗ ਪੈਣੀਆਂ, ਸਾਨੂੰ ਸੁਪਨੇ ਤਾਂ ਲੈਣ ਦਿਓ। ਬਿਲਕੁਲ ਬਿਲਕੁਲ। ਸਾਡਾ ਇਨਕਲਾਬੀ ਕਵੀ ਪਾਸ਼ ਲਿਖਦਾ ਕਿ ਸਭ ਤੋਂ ਖਤਰਨਾਕ ਹੁੰਦਾ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਰਹਿਣਾ ਤੜਫਦੇ ਸਭ ਸਹਿਣ ਕਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਸਾਡੇ ਸੁਪਨਿਆਂ ਦਾ ਮਰ ਜਾਣਾ। ਸੋ ਇਸ ਕਰਕੇ ਸਾਡੇ ਜਿਹੜੇ ਸੁਪਨੇ ਹੈ, ਡਾਕਟਰ ਅਬਦੁਲ ਕਲਾਮ ਰਾਸ਼ਟਰਪਤੀ ਰਿਹਾ ਜੀ, ਜਿਹਨੂੰ ਮਜ਼ਾਇਰ ਮੈਨ ਵੀ ਕਹਿੰਦੇ ਸੀ ਜੀ, ਉਹਨਾਂ ਨੇ ਲਿਖਿਆ ਵੀ ਬੱਚਿਆਂ ਨੂੰ ਵੱਡੇ ਤੋਂ ਵੱਡੇ ਸੁਪਨੇ ਲੈਣੇ ਚਾਹੀਦੇ, ਸੁਪਨੇ ਮਰਨੇ ਨਹੀਂ ਚਾਹੀਦੇ ਜੀ। ਸੋ ਇਸ ਕਰਕੇ ਜਿਹੜੇ ਸੁਪਨੇ ਮਰਨ ਵਾਲੇ ਜਿਹੜੇ ਗੀਤ ਨੇ, ਉਹਦੀ ਬਜਾਏ ਅਸੀਂ ਕਹਿੰਦੇ ਵੀ ਸਾਨੂੰ ਸੁਪਨਿਆਂ ਨੂੰ ਸਾਕਾਰ ਕਰਨ ਵਾਸਤੇ, ਸੁਪਨੇ ਉਹ ਨਹੀਂ ਜੋ ਸਾਨੂੰ ਸੁੱਤਿਆਂ ਪਨ ਆਉਂਦੇ ਨੇ, ਸੁਪਨੇ ਉਹ ਜੋ ਸਾਨੂੰ ਸੌਣ ਨਹੀਂ ਦਿੰਦੇ। ਤੇ ਅਸੀਂ ਉਹ ਗੀਤ ਤੁਹਾਨੂੰ ਸੁਣਾਉਣ ਲੱਗੇ ਹਾਂ, ਹੱਕ ਮੰਗੀਏ ਬਰਾਬਰ ਦੇ, ਕਾਹ ਤੋਂ ਬੂਟ ਪਾਲਸ। ਹੱਕ ਮੰਗੀਏ, ਹੱਕ ਮੰਗੀਏ, ਹੱਕ ਮੰਗੀਏ, ਹੱਕ ਮੰਗੀਏ, ਹੱਕ ਮੰਗੀਏ ਬਰਾਬਰ ਦੇ, ਔਕਾਤੋਂ ਬੂਟ ਪੌਲਸਾਂ ਕਰੀਏ। ਹੱਕ ਮੰਗੀਏ ਬਰਾਬਰ ਦੇ, ਔਕਾਤੋਂ ਬੂਟ ਪੌਲਸਾਂ ਕਰੀਏ। ਪੌਲਸਾਂ ਕਰਦੇ ਮਰ ਜਾਾਂਗੇ, ਪੌਲਸਾਂ ਕਰਦੇ ਮਰ ਜਾਾਂਗੇ, ਆਓ ਸੋਚਾਂ ਵਿੱਚ ਦਮ ਭਰੀਏ। ਹੱਕ ਮੰਗੀਏ, ਹੱਕ ਮੰਗੀਏ, ਹੱਕ ਮੰਗੀਏ ਬਰਾਬਰ ਦੇ, ਔਕਾਤੋਂ ਬੂਟ ਪੌਲਸਾਂ ਕਰੀਏ। ਹੱਕ ਮੰਗੀਏ ਬਰਾਬਰ ਦੇ, ਉਹ ਭਾਵੇਂ ਬੂਟ ਪੌਲਸਾਂ ਕਰੀਏ। ਓਏ ਇੱਥੇ ਸਦੀਆਂ ਬੀਤ ਗਈਆਂ, ਮਾਂਜਦੇ ਆ ਭਾਂਡੇ ਕਹਿਣ ਨੂੰ ਰਾਜੇ। ਓਏ ਇੱਥੇ ਸਦੀਆਂ ਬੀਤ ਗਈਆਂ, ਮਾਂਜਦੇ ਆ ਭਾਂਡੇ ਕਹਿਣ ਨੂੰ ਰਾਜੇ। ਇੱਟਾਂ ਪੱਥਣ ਵਾਲਿਆਂ ਦੇ ਉਹ ਟੁੱਟੇ ਖੋਲੇ ਚੋਰਾ ਖਾਜੇ। ਇੱਟਾਂ ਪੱਥਣ ਵਾਲਿਆਂ ਦੇ ਉਹ ਟੁੱਟੇ ਖੋਲੇ ਚੋਰਾ ਖਾਜੇ। ਉਸ ਦੇਸ਼ ਨੂੰ ਭੰਡੀਏ ਨਾ, ਉਸ ਦੇਸ਼ ਨੂੰ ਭੰਡੀਏ ਨਾ, ਉਹ ਸੀਨੇ ਠੋਕ ਰਿਹਾ ਜੋ ਸਰੀਏ। ਹੱਕ ਮੰਗੀਏ, ਹੱਕ ਮੰਗੀਏ, ਹੱਕ ਮੰਗੀਏ ਬਰਾਬਰ ਦੇ, ਭਾਵੇਂ ਬੂਟ ਪੌਲਸਾਂ ਕਰੀਏ। ਹੱਕ ਮੰਗੀਏ ਬਰਾਬਰ ਦੇ, ਔਕਾਤੋਂ ਬੂਟ ਪੌਲਸਾਂ ਕਰੀਏ। ਉਹ ਮੈਲਾ ਢੋਂਦੀਆਂ ਸਿਰ ਉੱਤੇ, ਉਹ ਕਰਦੇ ਫਿਰਨ ਬਾਲ ਮਜ਼ਦੂਰੀ। ਉਹ ਮੈਲਾ ਢੋਂਦੀਆਂ ਸਿਰ ਉੱਤੇ, ਉਹ ਕਰਦੇ ਫਿਰਨ ਬਾਲ ਮਜ਼ਦੂਰੀ। ਦਿੱਲੀ ਦੇ ਦਿਲ ਉੱਤੇ ਵੇਚਣਾ ਜਿਸਮ ਬਣੀ ਮਜਬੂਰੀ। ਦਿੱਲੀ ਦੇ ਦਿਲ ਉੱਤੇ ਵੇਚਣਾ ਜਿਸਮ ਬਣੀ ਮਜਬੂਰੀ। ਢਿੱਡ ਦੀ ਮਜਬੂਰੀ ਨੂੰ, ਢਿੱਡ ਦੀ ਮਜਬੂਰੀ ਨੂੰ ਕਿਸੇ ਦੇ ਚਰਨਾਂ ਵਿੱਚ ਨਾ ਧਰੀਏ। ਹੱਕ ਮੰਗੀਏ, ਹੱਕ ਮੰਗੀਏ,
ਹੱਕ ਮੰਗੀਏ ਬਰਾਬਰ ਦੇ ਭਾਵੇਂ ਬੂਟ ਪੌਲਸਾਂ ਕਰੀਏ ਹੱਕ ਮੰਗੀਏ ਬਰਾਬਰ ਦੇ ਉਹ ਕਾਤੋਂ ਬੂਟ ਪੌਲਸਾਂ ਕਰੀਏ ਉਹ ਹੱਥਾਂ ਵਿੱਚ ਕਿਤਾਬ ਹੋਵੇ ਉਹ ਹੋਵੇ ਬਾਲਾਂ ਹੱਥ ਨਾ ਠੂਠਾ ਉਹ ਹੱਥਾਂ ਵਿੱਚ ਕਿਤਾਬ ਹੋਵੇ ਉਹ ਹੋਵੇ ਬਾਲਾਂ ਹੱਥ ਨਾ ਠੂਠਾ ਝੂਠੀਆਂ ਪਤਲਾਂ ਨਾ ਚੱਟੇ ਓਏ ਅਣਪੜ੍ਹ ਲਾਉਂਦਾ ਮਿਲੇ ਨਾ ਗੂਠਾ ਝੂਠੀਆਂ ਪਤਲਾਂ ਨਾ ਚੱਟੇ ਓਏ ਅਣਪੜ੍ਹ ਲਾਉਂਦਾ ਮਿਲੇ ਨਾ ਗੂਠਾ ਹਾੜਾਂ ਵਿੱਚ ਹੜ ਗਏ ਜੋ ਹਾੜਾਂ ਵਿੱਚ ਹੜ ਗਏ ਜੋ ਉਹ ਸੁਪਨਿਆਂ ਦੇ ਸੰਸਾਰੀ ਤਰੀਏ ਹੱਕ ਮੰਗੀਏ ਹੱਕ ਮੰਗੀਏ ਹੱਕ ਮੰਗੀਏ ਬਰਾਬਰ ਦੇ ਉਹ ਭਾਵੇਂ ਬੂਟ ਪੌਲਸਾਂ ਕਰੀਏ ਹੱਕ ਮੰਗੀਏ ਬਰਾਬਰ ਦੇ ਉਹ ਭਾਵੇਂ ਬੂਟ ਪੌਲਸਾਂ ਕਰੀਏ ਪਾਲ ਖਾਂ ਨੇਰਿਆਂ ਸੰਗ ਲੜੀਏ ਸੂਰਜਾਂ ਵਾਂਗ ਤਾਣ ਕੇ ਸੀਨੇ ਕਾਲ ਖਾਂ ਨੇਰਿਆਂ ਸੰਗ ਲੜੀਏ ਸੂਰਜਾਂ ਵਾਂਗ ਤਾਣ ਕੇ ਸੀਨੇ ਸਾਡੀ ਮਿਹਨਤ ਦਾ ਮੋਤੀ ਉਗਦਾ ਸਾਡੇ ਖੂਨ ਪਸੀਨੇ ਸਾਡੀ ਮਿਹਨਤ ਦਾ ਮੋਤੀ ਉਗਦਾ ਸਾਡੇ ਖੂਨ ਪਸੀਨੇ ਦਗਦੇ ਅੰਗਿਆਰੇ ਬਣੋ ਦਗਦੇ ਅੰਗਿਆਰੇ ਬਣੋ ਗਰੀਬ ਦੇ ਢੁੱਲੇ ਵਾਂਗ ਨ ਠਰੀਏ ਹੱਕ ਮੰਗੀਏ ਹੱਕ ਮੰਗੀਏ ਹੱਕ ਮੰਗੀਏ ਬਰਾਬਰ ਦੇ ਭਾਵੇਂ ਬੂਟੇ ਪੌਲਸਾਂ ਕਰੀਏ ਹੱਕ ਮੰਗੀਏ ਬਰਾਬਰ ਦੇ ਉਹ ਘਰ ਤੋਂ ਬੂਟੇ ਪੌਲਸਾਂ ਕਰੀਏ ਉਹ ਹਾਕੀ ਮੰਗਿਆ ਨਹੀਂ ਮਿਲਦੇ ਹੱਕਾਂ ਲਈ ਜਾਨ ਹੂਲ ਕੇ ਲੜਨਾ ਉਹ ਹਾਕੀ ਮੰਗਿਆ ਨਹੀਂ ਮਿਲਦੇ ਹੱਕਾਂ ਲਈ ਜਾਨ ਹੂਲ ਕੇ ਲੜਨਾ ਸੱਚ ਨੇ ਸੁਕਰਾਤ ਵਾਂਗੂ ਭਗਤ ਸਿੰਘ ਬਣ ਕੇ ਸੂਲੀ ਚੜਨਾ ਸੱਚ ਨੇ ਸੁਕਰਾਤ ਵਾਂਗੂ ਭਗਤ ਸਿੰਘ ਬਣ ਕੇ ਸੂਲੀ ਚੜਨਾ ਯੁੱਗ ਨਵਾਂ ਚੇਤਨਾ ਦਾ ਯੁੱਗ ਨਵਾਂ ਚੇਤਨਾ ਦਾ ਉਹ ਭਾਣਾ ਸਿਰ ਸੁੱਟ ਕੇ ਨਾ ਜਰੀਏ ਹੱਕ ਮੰਗੀਏ ਹੱਕ ਮੰਗੀਏ ਹੱਕ ਮੰਗੀਏ ਬਰਾਬਰ ਦੇ ਭਾਵੇਂ ਬੂਟੇ ਪੌਲਸਾਂ ਕਰੀਏ ਹੱਕ ਮੰਗੀਏ ਬਰਾਬਰ ਦੇ ਉਹ ਕਾਤੋਂ ਬੂਟੇ ਪੌਲਸਾਂ ਕਰੀਏ ਤੁਹਾਨੂੰ ਸੁਣਨਾ ਇਸ ਤਰੀਕੇ ਨਾਲ ਲੱਗਦਾ ਹੈ ਕਿ ਜਿਵੇਂ ਵਕਤ ਖੜ ਗਿਆ ਹੈ ਕਿਉਂਕਿ ਜਦੋਂ ਗੱਲ ਧਰਤੀ ਨਾਲ ਜੁੜਦੀ ਹੈ ਹੱਕਾਂ ਨਾਲ ਜੁੜਦੀ ਹੈ ਮੰਗਾਂ ਨਾਲ ਜੁੜਦੀ ਹੈ ਸੰਘਰਸ਼ ਨਾਲ ਜੁੜਦੀ ਹੈ ਜੂਝਣ ਨਾਲ ਜੁੜਦੀ ਹੈ ਤਾਂ ਉਦੋਂ ਚੰਗਾ ਲੱਗਦਾ ਸੁਣਨਾ ਵੀ ਤੇ ਉਹ ਸੰਗੀਤ ਕਦੇ ਵੀ ਤੁਹਾਨੂੰ ਔਖਾ ਭਾਰਾ ਹੋ ਕੇ ਸੁਣਨ ਦੀ ਲੋੜ ਨਹੀਂ ਹੁੰਦੀ ਸੁੱਤੇ ਸਿੱਧ ਉਤਰਦਾ ਜਾਂਦਾ ਹੈ ਤੁਹਾਡੇ ਦਿਮਾਗ ਵਿੱਚ ਤਸਵੀਰ ਉਲੀਕਦਾ ਜਾਂਦਾ ਹੈ ਤੁਸੀਂ ਸੁਣਦੇ ਜਾਂਦੇ ਹੋ ਤੇ ਵਹਿਣਾਂ ਦੇ ਵਿੱਚ ਵਹਿੰਦੇ ਜਾਂਦੇ ਹੋ ਅਸੀਂ ਇਸ ਗੱਲਬਾਤ ਨੂੰ ਜਾਰੀ ਰੱਖਾਂਗੇ ਕੋਸ਼ਿਸ਼ ਕਰਾਂਗੇ ਕਿ ਅਸੀਂ ਇੱਕ ਭਾਗ ਹੋਰ ਬਣਾ ਲਈਏ ਕਿਉਂਕਿ ਜ਼ਿੰਦਗੀ ਤੇਜ਼ ਹੋ ਗਈ ਹੈ ਲੋਕ ਕਹਿੰਦੇ ਨੇ ਕਿ 30 ਤੋਂ 35 ਮਿੰਟ ਤੈਨੂੰ ਦੇ ਦਿੱਤੇ ਇਹ ਵੀ ਬਹੁਤ ਜ਼ਿਆਦੇ ਨੇ ਅਸੀਂ YouTube ਦੇ ਦਰਸ਼ਕਾਂ ਨੂੰ ਸੋਸ਼ਲ ਮੀਡੀਆ ਦੇ ਦਰਸ਼ਕਾਂ ਨੂੰ ਵੀ ਨਿਗਾਹ ਵਿੱਚ ਰੱਖਦੇ ਹਾਂ ਜਿੱਥੇ ਅਸੀਂ ਆਪਣੇ ਵਿਰਾਸਤ ਮੀਡੀਆ ਸੈਟਲਾਈਟ ਚੈਨਲ ਨੂੰ ਦਿਮਾਗ ਵਿੱਚ ਰੱਖਦੇ ਹਾਂ ਅਸੀਂ ਇਹਨਾਂ ਹੀ ਕੱਪੜਿਆਂ ਵਿੱਚ ਬਿਨਾਂ ਕਿਸੇ ਫਾਰਮੈਲਿਟੀ ਤੋਂ ਕਿਸ਼ਤ ਦੂਜੀ ਵੀ ਕਰਾਂਗੇ ਪਰ ਅੱਜ ਦੀ ਕਿਸ਼ਤ ਨੂੰ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਬਹੁਤ ਧੰਨਵਾਦ ਜੀ ਬਹੁਤ ਸ਼ੁਕਰੀਆ